ਗੁਰੂ ਬਿਨ ਮੁਕਤ ਨਾ ਪਾਵੈ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਾਕੋਂ। ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਵਰਨ ਨ ਸਾਕੋਂ। ਤੂੰ ਠਾਕੁਰ ਊਚ ਭਗਵਾਨਾ। ਪਰਮ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ, ਆਪ ਜੀ ਪਰਮ ਵਡਭਾਗੇ ਹੋ। ਨੌਵੇਂ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੇਗ ਬਹਾਦਰ ਸਿਮਰੈ ਘਰ ਨੌਨਿਧ ਆਵੈ ਧਾਏ। ਸਭ ਥਾਈਂ ਹੋਏ ਸਹਾਏ। ਐਸੀਆਂ ਰਹਿਮਤਾਂ ਦੇ ਸਤਿਗੁਰੂ, ਉਹਨਾਂ ਦੇ ਪਾਵਨ ਪਵਿੱਤਰ ਸ਼ਹੀਦੀ ਅਤੇ ਮੁਕੱਦਸ ਅਸਥਾਨ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਆਪ ਜੀ ਦਰਸ਼ਨ ਪਰਸਦਿਆਂ ਹੋਇਆਂ ਜੁਗੋ ਜੁਗ ਅਟਾਲ ਸ਼ਬਦ ਗੁਰੂ ਚਵਰ ਛਤਰ ਤਖ਼ਤ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਧੁਰ ਕੀ ਅਕਾਲੀ ਬਾਣੀ, ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਸੋ ਪਵਿੱਤਰ ਬਾਣੀ ਦੇ ਆਪ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ 'ਤੇ ਜਿੱਥੇ ਰਹਿਮਤ ਕੀਤੀ ਹੈ, ਸਾਡੇ ਜੀਵਨ ਨੂੰ ਸਵਾਰਨ ਸ਼ਿੰਗਾਰਨ ਵਾਸਤੇ ਜਿੱਥੇ ਬੇਅੰਤ ਬਾਣੀ ਦਾ ਖਜ਼ਾਨਾ ਬਖਸ਼ਿਸ਼ ਕੀਤਾ ਹੈ, ਉੱਥੇ ਕੁਝ ਬਾਣੀਆਂ ਦਾ ਜਾਪ ਨਿਤਨੇਮ ਦੇ ਰੂਪ ਦੇ ਵਿੱਚ ਅਸੀਂ ਰੋਜ਼ਾਨਾ ਕਰਨਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਦੀ ਬਾਣੀ ਬਖਸ਼ੀ ਹੈ। ਸ਼ਾਮ ਨੂੰ ਰਹਿਰਾਸ ਸਾਹਿਬ, ਰਾਤੀ ਸੋਹਲਾ ਸਾਹਿਬ। ਇਹ ਸਾਡਾ ਸ਼ਖਸੀ ਜੀਵਨ, ਨਿੱਜੀ ਜੀਵਨ ਦਾ ਨਿਤਨੇਮ ਹੈ। ਆਪ ਜੀ ਦੇ ਯਾਦ ਹੋਏਗਾ ਸ੍ਰੀ ਆਸਾ ਕੀ ਵਾਰ, ਇਹ ਵੀ ਸਾਡੇ ਸੰਗਤੀ ਨਿਤਨੇਮ ਦਾ ਹਿੱਸਾ ਹੈ। ਮੈਂ ਫਿਰ ਅਰਜ਼ ਕਰਦੇ ਹਾਂ, ਸਿੱਖ ਦੇ ਦੋ ਜੀਵਨ ਨੂੰ ਰਹਿਤ ਮਰਜ਼ਾਦਾ ਵਿੱਚ ਮੰਨੇ ਹੈ। ਇੱਕ ਨਿੱਜੀ ਜੀਵਨ, ਸ਼ਖਸੀ ਜੀਵਨ, ਦੂਸਰਾ ਸੰਗਤੀ ਜੀਵਨ। ਸੋ ਜਿੱਥੇ ਸ਼ਖਸੀ ਜੀਵਨ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਨਿਤਨੇਮ ਦੀਆਂ ਬਾਣੀਆਂ ਬਖਸ਼ਿਸ਼ ਕਰਕੇ ਤਾਕੀਦ ਕੀਤੀ ਹੈ ਕਿ ਇਹ ਬਾਣੀਆਂ ਦਾ ਜਾਪ ਰੋਜ਼ਾਨਾ ਕਰਨਾ ਹੈ, ਉੱਥੇ ਸੰਗਤੀ ਜੀਵਨ ਦੇ ਵਿੱਚ ਆਸਾ ਕੀ ਵਾਰ ਅਤੇ ਇਤਿਹਾਸ ਨੂੰ ਜੇ ਵਿਚਾਰੀਏ ਤਾਂ ਬੜੇ ਵਿਖੜੇ ਸਮਿਆਂ ਦੇ ਵਿੱਚ ਵੀ ਸਤਿਗੁਰੂ ਸਾਹਿਬਾਨ ਨੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਨੂੰ, ਇਸ ਲੜੀ ਨੂੰ, ਇਸ ਨੇਮ ਨੂੰ ਗੁਰੂ ਸਾਹਿਬਾਨ ਨੇ ਟੁੱਟਣ ਨਹੀਂ ਦਿੱਤਾ। ਭਾਵੇਂ ਉਹ ਸਰਸਾ ਦਾ ਕੰਢਾ ਵੀ ਕਿਉਂ ਨਾ ਹੋਵੇ, ਜਿੱਥੇ ਅੱਤ ਦੀ ਬਾਰਿਸ਼ ਚੜੀ ਹੋਈ ਸਰਸਾ ਨਦੀ, ਪਿੱਛੋਂ ਇਹਨਾਂ ਜ਼ਾਲਮਾਂ ਦਾ, ਮੁਗਲਾਂ ਦਾ, ਪਹਾੜੀਆਂ ਦਾ ਟਿੱਡੀ ਦਲ, ਇਤਿਹਾਸ ਨੇ ਵਿਸ਼ੇਸ਼ ਜ਼ਿਕਰ ਕੀਤਾ ਕਿ ਉੱਥੇ ਵੀ ਆਸਾ ਕੀ ਵਾਰ ਦਾ ਕੀਰਤਨ ਹੋਇਆ।
ਸੋ ਖੈਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਸਤਿਗੁਰੂ ਜੀ ਰਹਿਮਤ ਕਰਦੇ ਹੈ। ਗੁਰਬਾਣੀ ਗਾਵੋ ਭਾਈ, ਉਹ ਬਾਣੀ ਜੋ ਹੈ ਉਹ ਸਫਲ ਹੈ, ਸੁਖ ਦੇਣ ਵਾਲੀ ਹੈ। ਸੋ ਹੁਣ ਆਪ ਜੀ ਨੇ ਸਤਿਕਾਰਯੋਗ ਗੁਰੂ ਕੇ ਵਜ਼ੀਰ ਭਾਈ ਸਾਹਿਬ ਭਾਈ ਸ਼ਵਿੰਦਰ ਸਿੰਘ ਜੀ, ਉਹਨਾਂ ਪਾਸੋਂ ਆਪ ਜੀ ਨੇ ਭਾਈ ਲੁਕਿੰਦਰ ਸਿੰਘ ਜੀ ਜੋ ਤਾਬਿਆ ਬਿਰਾਜਮਾਨ ਹੈ, ਆਪ ਜੀ ਨੇ ਉਹਨਾਂ ਪਾਸੋਂ ਗੁਰੂ ਕਾ ਸ਼ਬਦ ਜੋ ਲੜੀਵਾਰ ਚੱਲ ਰਿਹਾ ਹੈ, ਆਪ ਜੀ ਨੇ 16ਵੇਂ ਅੰਕ ਦਾ ਪਾਠ ਸਰਵਣ ਕੀਤਾ ਹੈ। ਪੂਰਨ ਕਬੂ ਨਾ ਡੋਲਤਾ, ਪੂਰਾ ਗਿਆ ਪ੍ਰਭ ਆਪ, ਦਿਨ ਦਿਨ ਚੜ੍ਹੈ ਸਵਾਇਆ, ਨਾਨਕ ਹੋਤ ਨਾ ਘਾਟ। ਸੋ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਥਿੱਤੀ ਗੌੜੀ, ਇਸ ਨੂੰ ਆਪਾਂ ਇਸ ਤਰੀਕੇ ਨਾਲ ਸਮਝਣਾ ਹੈ ਜਿਵੇਂ ਅਸੀਂ ਸੰਗਰਾਂਦ ਵਾਲੇ ਦਿਨ 12 ਮਾਹ ਦਾ ਪਾਠ ਸਰਵਣ ਕਰਦੇ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਭਾਵੇਂ ਕਿ ਕਿਸੇ ਦਿਨ ਨੂੰ ਚੰਗਾ ਜਾਂ ਮਾੜਾ ਨਹੀਂ ਕਿਹਾ, ਸਾਰੇ ਦਿਨ ਇੱਕ ਬਰਾਬਰ ਹੈ। ਜਦੋਂ ਸਾਡੇ ਜੀਵਨ ਦੇ ਵਿੱਚ ਚੰਗੇ ਕਰਮ ਹੋ ਰਹੇ ਹੈ ਤਾਂ ਸਾਡਾ ਸਮਾਂ ਚੰਗਾ ਚੱਲ ਰਿਹਾ ਹੈ, ਉਹ ਦਿਨ ਸਾਡੇ ਵਾਸਤੇ ਚੰਗਾ ਹੈ। ਪਰ ਜਦੋਂ ਅਸੀਂ ਪਾਪ ਕਰ ਰਹੇ ਹਾਂ, ਮਾੜੇ ਕਰਮ ਕਰ ਰਹੇ ਹਾਂ, ਉਹ ਸਮਾਂ ਉਹ ਦਿਨ ਸਾਡੇ ਵਾਸਤੇ ਮਾੜਾ ਹੈ। ਜਿਤ ਦਿਨ ਵਿਸਰੈ ਪਾਰ ਬ੍ਰਹਮ, ਸਭ ਫਿੱਟ ਭਲੇਰੀ ਰੁੱਤ। ਹੁਣ ਉਹ ਦਿਨ, ਮਾਫ਼ ਕਰਨਾ, ਬੇਸ਼ੱਕ ਗੁਰੂ ਸਾਹਿਬਾਨ ਦਾ ਦਿਨ ਕਿਉਂ ਨਾ ਹੋਵੇ, ਪਵਿੱਤਰ ਗੁਰਪੁਰਬ ਕਿਉਂ ਨਾ ਹੋਵੇ, ਪਰ ਜੇ ਅਸੀਂ ਮਾੜੇ ਕਰਮ ਕਰ ਰਹੇ ਹਾਂ ਤਾਂ ਸਾਡੇ ਵਾਸਤੇ ਉਹ ਦਿਨ ਕਿਵੇਂ ਚੰਗਾ ਹੋਇਆ। ਦਿਨ ਹਮੇਸ਼ਾ ਉਹ ਚੰਗਾ ਜਦੋਂ ਅਸੀਂ ਗੁਰੂ ਦੇ ਨਾਲ ਜੁੜੀਏ, ਜੀਵਨ ਦੇ ਵਿੱਚ ਚੰਗੇ ਕਰਮ ਕਰੀਏ। ਸੋ ਮੈਂ ਅਰਜ਼ ਕੀਤੀ ਸੀ ਕਿ ਜਿਵੇਂ ਸਾਡੀਆਂ ਭਾਵਨਾਵਾਂ ਜੁੜੀਆਂ ਹੋਈਆਂ, ਲੰਮੇ ਸਮੇਂ ਤੋਂ ਇਹ ਰਵਾਇਤ ਚੱਲਦੀ ਆ ਰਹੀ ਹੈ ਕਿ ਜਦੋਂ ਮਹੀਨੇ ਦੀ ਆਰੰਭਤਾ ਹੁੰਦੀ ਹੈ ਤਾਂ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਿਆ ਹੋਇਆ 12 ਮਾਹਾਂ ਮਾਝ ਰਾਗ ਵਾਲਾ, ਉਹਦੇ ਉਸ ਅੰਕ ਦਾ ਪਾਠ ਕੀਤਾ ਜਾਂਦਾ ਹੈ, ਜਾਂ ਪੂਰਾ 12 ਮਾਹਾਂ ਵੀ ਪਿੰਡਾਂ ਵਿੱਚ ਉਹਦਾ ਪਾਠ ਵੀ ਹੁੰਦਾ ਹੈ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਧੁਰ ਕੀ ਅਕਾਲੀ ਬਾਣੀ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਤਸ਼ਬੀਹਾਂ, ਭਾਵ ਉਦਾਹਰਨਾਂ, ਐਗਜ਼ੈਂਪਲਾਂ ਦੇ ਦੇ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਨੂੰ ਸਮਝਾਇਆ ਹੈ ਕਿ ਕਿਸੇ ਤਰੀਕੇ ਨਾਲ ਸਾਡੇ ਇਸ ਮਨ ਨੂੰ ਸਮਝ ਆ ਜਾਵੇ। ਨਹੀਂ ਤਾਂ ਗੁਰਬਾਣੀ ਦਾ ਇੱਕ ਇੱਕ ਅੱਖਰ, ਧੁਰ ਕੀ ਬਾਣੀ ਦਾ ਇੱਕ ਇੱਕ ਸ਼ਬਦ ਸਾਡੇ ਜੀਵਨ ਦੇ ਪਾਰ ਉਤਾਰੇ ਦੀ ਸਮਰੱਥਾ ਰੱਖਦਾ ਹੈ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਕਿਨਕਾ ਏਕ ਜਿਹ ਜੀ ਬਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅਨੇਕਾਂ ਤਸ਼ਬੀਹਾਂ, ਕਿਉਂਕਿ ਇਹ ਮਨ ਗਿਆਨ ਦੇ ਨਾਲ ਕਾਬੂ ਆ ਸਕਦਾ ਹੈ, ਗੁਰੂ ਦੀ ਕਿਰਪਾ ਦੇ ਨਾਲ ਕਾਬੂ ਆਉਣ ਵਾਲਾ। ਗੁਰੂ ਤੋਂ ਗਿਆਨ ਮਿਲਦਾ ਹੈ, ਗੁਰੂ ਦੇ ਗਿਆਨ ਦੇ ਨਾਲ। ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਸਿੱਧ ਬਚਨ, ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਪਤਾ ਨਹੀਂ ਕਿਹੜੇ ਸ਼ਬਦ ਨੇ ਸਾਡੇ ਮਨ 'ਤੇ ਪ੍ਰਭਾਵ ਪਾ ਦੇਣਾ ਹੈ। ਇਸ ਕਰਕੇ ਬੇਅੰਤ ਬਾਣੀ ਦਾ ਖਜ਼ਾਨਾ ਹੈ ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ 'ਤੇ ਹਰ ਤਰੀਕੇ ਨਾਲ ਸਮਝਾਉਣ ਦਾ ਸਾਨੂੰ ਯਤਨ ਕੀਤਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਿੱਥੇ ਮਹੀਨਿਆਂ ਦੇ ਰਾਹੀਂ ਸਮਝਾਇਆ ਹੈ, ਆਪ ਜੀ ਸਾਰੇ ਸੂਝਵਾਨ 12 ਮਾਹਾਂ
ਸਤਿਗੁਰੂ ਪਾਤਸ਼ਾਹ ਮਹਾਰਾਜ ਨੇ 2 ਵਾਰ ਉਚਾਰਨ ਕੀਤਾ ਧੁਰ ਕੀ ਅਕਾਲੀ ਬਾਣੀ ਦੇ ਵਿੱਚ। ਇੱਕ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਤੁਖਾਰੀ ਰਾਗ ਦੇ ਵਿੱਚ 12 ਮਾਹਾਂ, ਭਾਵੇਂ ਕਿ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਨੇ ਜੋ 12 ਮਾਹ ਉਚਾਰਨ ਕੀਤਾ ਹੈ ਅਤੇ ਜੋ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ 12 ਮਾਹ ਉਚਾਰਨ ਕੀਤਾ ਹੈ, ਬਿਲਕੁਲ ਸ਼ਬਦਾਵਲੀ ਮਿਲਦੀ ਜੁਲਦੀ, ਮੁੱਖ ਭਾਵ ਬਿਲਕੁਲ ਮਿਲਦਾ ਜੁਲਦਾ। ਜਿਵੇਂ ਸਤਿਗੁਰੂ ਜੀ ਬਚਨ ਕਰਦੇ ਹੈ, ਇਹ ਚੱਲ ਰਹੇ ਮਹੀਨੇ ਵਿੱਚ ਭਾਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ, ਅਤੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੀ ਰਹਿਮਤ ਕਰਦੇ ਹੈ, ਭਾਦੋਏ ਭਰਮ ਭੁੱਲੀ ਭਰ ਜੋਬਨ ਪਛਤਾਣੀ। ਭਾਵ ਇੱਕੋ ਹੈ, ਸਾਵਣ ਸਰਸੀ ਕਾਮਣੀ ਸਾਵਣ ਸਰਸ ਮਨਾ। ਸੋ ਜਿਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਮਹੀਨਿਆਂ ਦੇ ਨਾਂ 'ਤੇ ਸਮਝਾਇਆ ਹੈ, ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਦਿਨਾਂ ਦੇ ਨਾਂ 'ਤੇ ਵੀ ਸਮਝਾਇਆ, ਰੋਜ਼ਾਨਾ ਸਮਝਾ ਰਹੇ ਹੈ। ਹੁਣ ਸੰਗਰਾਂਦ ਵਾਲੇ ਦਿਨ ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਉਸ ਮਹੀਨੇ ਦਾ ਨਾਮ ਲੈ ਕੇ ਅਸੀਂ ਉਹਦਾ ਜਾਪ ਕਰਦੇ ਹਾਂ, ਸੁਣਦੇ ਹਾਂ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਤਾਂ ਰੋਜ਼ਾਨਾ ਸਮਝਾ ਰਹੇ ਆ, ਰੋਜ਼ਾਨਾ ਹਰ ਚੜ੍ਹੇ ਦਿਨ। ਸੋਮਵਾਰ ਸਸ ਅੰਮ੍ਰਿਤ ਝਰੈ ਮੰਗਲਵਾਰ ਲੇ ਮਹੀਤ ਬੁੱਧਵਾਰ ਬੁੱਧ ਕਰੈ ਪ੍ਰਗਾਸ। ਇਹ ਸਤਵਾਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ 2 ਵਾਰ ਦਰਜ ਕੀਤੇ ਹੈ। ਅਤੇ ਜਿਹੜੀ ਇਹ ਬਾਣੀ ਚੱਲ ਰਹੀ ਹੈ ਥਿੱਤੀ ਗੌੜੀ, ਇਹ ਥਿੱਤੀਆਂ ਵੀ 2 ਵਾਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ। ਥਿੱਤੀ ਦਾ ਭਾਵ ਤਰੀਕ, ਤਿਥੀ। ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਤਰੀਕਾਂ ਦੇ ਨਾਲ ਸਮਝਾਇਆ ਹੈ। ਇਹ ਠੀਕ ਹੈ, ਜਿਹੜੀ ਸੰਗਰਾਂਦ ਵਾਲੀ ਤਰੀਕ ਹੈ ਸੂਰਜੀ ਕੈਲੰਡਰ ਦੇ ਮੁਤਾਬਕ, ਉਹਦੇ ਵਿੱਚ 1 ਤੋਂ ਲੈ ਕੇ 30, 31, 32 ਦਿਨ ਦੇਸੀ ਮਹੀਨਿਆਂ ਦੇ ਵਿੱਚ। ਪਰ ਜਿਹੜੇ ਚੰਦਰਮਾ ਦੇ ਨਾਲ ਸੰਬੰਧਿਤ ਹੈ ਉਹ 1 ਤੋਂ 15 ਤੱਕ, ਫਿਰ 1 ਤੋਂ 15 ਤੱਕ, ਭਾਵ ਕਿ 1 ਤੋਂ ਸ਼ੁਰੂ ਹੋ ਕੇ ਮੱਸਿਆ ਤੱਕ, ਅਤੇ ਫਿਰ ਅੱਗੇ ਫਿਰ 1 ਤੋਂ ਸ਼ੁਰੂ ਹੋ ਕੇ ਪੂਰਨਮਾਸ਼ੀ ਤੱਕ। ਪੂਰਨਮਾਸ਼ੀ ਦਾ ਭਾਵ ਮਹੀਨੇ ਦਾ ਪੂਰਾ ਹੋਣਾ। ਜਦੋਂ ਦੇਸੀ ਮਹੀਨਾ ਪੂਰਾ ਹੋ ਜਾਂਦਾ ਹੈ, ਪੂਰਨਮਾਸ਼ੀ, ਪੂਰਨਮਾ, ਮਾਹ ਦਾ ਅਰਥ ਮਹੀਨਾ। ਪੂਰਨਮਾ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਈ ਜਗ੍ਹਾ ਵਰਤਿਆ ਹੈ, ਇੱਥੇ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਪੂਰਨਮਾ ਵਰਤਦੇ ਹੈ, ਭਾਵ ਕਿ ਜਦੋਂ ਮਹੀਨਾ ਪੂਰਾ ਹੋ ਗਿਆ, ਪੂਰਨਮਾਸ਼ੀ। ਭਾਵੇਂ ਕਿ ਹਿੰਦੂ ਧਰਮ ਦੇ ਮੁਤਾਬਕ 10 ਦਿਨ ਚੰਗੇ ਮੰਨੇ ਜਾਂਦੇ ਹੈ, 10 ਜਿਨ੍ਹਾਂ ਨੂੰ 10 ਪੁਰਬ ਕਿਹਾ ਜਾਂਦਾ ਹੈ। ਅਤੇ ਹਿੰਦੂ ਧਰਮ ਦੇ ਧਾਰਮਿਕ ਗ੍ਰੰਥਾਂ ਦੇ ਮੁਤਾਬਕ ਉਹਨਾਂ 10 ਪੁਰਬਾਂ ਦੇ ਵਿੱਚ ਸੰਗਰਾਂਦ ਵੀ ਆਉਂਦੀ ਹੈ, ਮੱਸਿਆ ਵੀ ਆਉਂਦੀ ਹੈ, ਪੂਰਨਮਾਸ਼ੀ ਵੀ ਆਉਂਦੀ ਹੈ, ਚਾਨਣਾ ਐਤਵਾਰ ਵੀ ਆਉਂਦਾ ਹੈ। ਖੈਰ ਉਸ ਪਾਸੇ ਨਾ ਜਾਈਏ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਡਾ ਭਰਮ ਕੱਢ ਹੀ ਦਿੱਤਾ ਕਿ ਇਹ ਭਾਈ ਸਾਰੇ ਦਿਨ ਹੀ ਚੰਗੇ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ 12 ਮਾਹਾਂ ਦੇ ਅਖੀਰ 'ਤੇ ਇਹ ਬਚਨ ਕਰ ਦਿੱਤਾ ਕਿ ਇਹ ਭਾਈ ਸਾਰੇ ਦਿਨ ਹੀ ਚੰਗੇ ਹੈ, ਕੋਈ ਦਿਨ ਮਾੜਾ ਨਹੀਂ ਹੈ। ਸੋ ਮਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਚਨ ਕਰ ਰਹੇ ਹੈ। ਸ਼ਲੋਕ ਪੂਰਨ ਕਬਹੂ ਨਾ ਡੋਲਤਾ, ਪੂਰਾ ਕੀਆ ਪ੍ਰਭ ਆਪ, ਦਿਨ ਦਿਨ ਚੜ੍ਹੈ ਸਵਾਇਆ, ਨਾਨਕ ਹੋਤ ਨਾ ਘਾਟ। ਉਹ ਵਾਹਿਗੁਰੂ, ਉਹ ਪ੍ਰਭੂ ਪਰਮਾਤਮਾ ਪਰਮੇਸ਼ਰ ਬੇਅੰਤ ਨਾਮ ਹੈ ਮਾਲਕ ਦੇ। ਉਹ ਪੂਰਨ ਹੈ, ਪੂਰਾ ਹੈ। ਉਹ ਵਾਹਿਗੁਰੂ ਜ਼ਰੇ ਜ਼ਰੇ ਵਿੱਚ ਸਮਾਇਆ ਹੋਇਆ, ਕਣ ਕਣ ਵਿੱਚ ਸਮਾਇਆ ਹੋਇਆ। ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੀ ਬੇਅੰਤਤਾ ਇਸ ਪਵਿੱਤਰ ਸ਼ਬਦ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਦਰਸਾਈ ਹੈ। ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੀ ਵਡਿਆਈ ਕੀਤੀ ਹੈ। ਹੁਣ ਜਿਵੇਂ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੀ ਵਡਿਆਈ ਕਰਦੇ ਆ, ਉਸ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦੇ ਗੁਣਾਂ ਨੂੰ ਬਿਆਨ ਕਰਦੇ ਆ ਮੂਲ ਮੰਤਰ ਸਾਨੂੰ ਬਖਸ਼ਿਆ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਮੰਗਲ ਰੂਪ ਦੇ ਵਿੱਚ ਸਮਝਾ ਰਹੇ ਹੈ ਕਿ ਉਹ ਵਾਹਿਗੁਰੂ ਇੱਕ ਹੈ, ਇੱਕ ਓੰਕਾਰ,
ਉਹ ਵਾਹਿਗੁਰੂ ਪ੍ਰਭੂ ਪਰਮਾਤਮਾ ਇੱਕ ਹੈ। ਇੱਕ ਇਤਿਹਾਸਕ ਗ੍ਰੰਥਾਂ ਵਿੱਚ ਬਚਨ ਆਉਂਦਾ ਹੈ ਕਿ ਉਹ ਜਿਹੜਾ ਸ਼ਬਦ ਹੈ ਉਹ ਕਾਫੀ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਹੈ। ਓਅੰਕਾਰ ਵੀ ਪੁਰਾਣਾ ਚੱਲਿਆ ਆ ਰਿਹਾ ਸੀ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿ ਉਹਨਾਂ ਸ਼ਬਦਾਂ ਨੂੰ ਕਦੇ ਕਿਸੇ ਨਾਲ ਜੋੜ ਦਿੱਤਾ ਜਾਂਦਾ ਸੀ, ਕਦੇ ਕਿਸੇ ਨਾਲ ਜੋੜ ਦਿੱਤਾ ਜਾਂਦਾ ਸੀ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹਦੇ ਅੱਗੇ ਏਕਾ ਲਾ ਦਿੱਤਾ, ਅੰਕ ਪਾ ਦਿੱਤਾ, ਤਾਂ ਜੋ ਉਹਦੇ ਵਰਗਾ ਹੋਰ ਕੋਈ ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਓਅੰਕਾਰ, ਉਹਦੇ ਅੱਗੇ ਇੱਕ ਜੋ ਪਾਇਆ ਨਾ, ਉਹ ਹਿੰਸਾ ਪਾ ਦਿੱਤਾ, ਅੰਕ ਪਾ ਦਿੱਤਾ, ਅੱਖਰਾਂ ਵਿੱਚ ਨਹੀਂ। ਭਾਵ ਕਿ ਉਹ ਵਾਹਿਗੁਰੂ ਪ੍ਰਭੂ ਪਰਮਾਤਮਾ ਇੱਕ ਹੈ ਅਤੇ ਉਹਦੇ ਵਰਗਾ ਹੋਰ ਕੋਈ ਨਹੀਂ, ਉਹ ਬੇਅੰਤ ਹੈ। ਸੋ ਸਤਿਗੁਰੂ ਜੀ ਰਹਿਮਤ ਕਰਦੇ ਹੈ, ਇੱਕ ਓਅੰਕਾਰ, ਉਹ ਪ੍ਰਭੂ ਪਰਮਾਤਮਾ ਇੱਕ ਹੈ, ਇੱਕ ਰਸ ਵਿਆਪਕ ਹੈ। ਸਤਨਾਮ, ਪ੍ਰਭੂ ਪਰਮਾਤਮਾ ਦਾ ਨਾਮ ਸਤ ਹੈ। ਦੋ ਲਫ਼ਜ਼ ਆਉਂਦੇ ਹੈ, ਸਤ, ਸੱਚ ਅਤੇ ਝੂਠ। ਸਤ ਦਾ ਅਰਥ ਹੈ ਸਦੀਵੀ, ਜੋ ਕਦੇ ਨਾਸ਼ ਨਾ ਹੋਵੇ। ਝੂਠ ਦਾ ਅਰਥ ਹੈ ਜੋ ਕੁਝ ਸਮੇਂ ਵਾਸਤੇ ਹੋਵੇ। ਸੋ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਨਾਮ ਸਤ ਹੈ। ਇੱਕ ਓਂਕਾਰ ਸਤਨਾਮ ਕਰਤਾ ਪੁਰਖ। ਉਹ ਪ੍ਰਭੂ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਸਿਰਜਣਹਾਰ ਹੈ ਸਾਰੀ ਸ੍ਰਿਸ਼ਟੀ ਦਾ। ਪਰ ਸਤਿਗੁਰੂ ਜੀ ਰਹਿਮਤ ਕਰਦੇ, ਜਿੱਥੇ ਸਾਰੀ ਸ੍ਰਿਸ਼ਟੀ ਦਾ ਉਹ ਕਰਤਾ ਹੈ, ਉੱਥੇ ਉਹ ਨਾਲ ਪੁਰਖ ਵੀ ਹੈ। ਪੁਰਖ ਦਾ ਭਾਵ ਰਮਿਆ ਹੋਇਆ। ਜਿਵੇਂ ਦੁਨੀਆ ਦੇ ਵਿੱਚ ਵੀ ਬੇਅੰਤ ਕਰਤੇ ਹੈ, ਦੁਨੀਆ ਦੀਆਂ ਚੀਜ਼ਾਂ ਬਣਾਉਣ ਵਾਲੇ, ਉਹਨਾਂ ਨੂੰ ਵੀ ਕਰਤਾ ਕਿਹਾ ਜਾਂਦਾ ਹੈ। ਇਹ ਉਹਦੀ ਰਚਨਾ ਹੈ। ਦੁਨੀਆ ਦੇ ਵਿੱਚ ਵੀ ਅਨੇਕਾਂ ਰਚਨਕਾਰ ਹੈ, ਪਰ ਉਹ ਵਾਹਿਗੁਰੂ ਪ੍ਰਭੂ ਪਰਮਾਤਮਾ ਆਪਣੀ ਰਚਨਾ ਤੋਂ, ਆਪਣੀ ਬਣਾਈ ਹੋਈ ਕੁਦਰਤ ਤੋਂ ਉਹ ਕਾਦਰ ਕਦੇ ਵੱਖ ਨਹੀਂ ਹੈ। ਆਪਣੀ ਖਲਕਤ ਤੋਂ ਉਹ ਖਾਲਕ ਕਦੇ ਵੱਖ ਨਹੀਂ ਹੈ। ਇਸ ਕਰਕੇ ਕਰਤਾ ਪੁਰਖ ਉਹ ਪ੍ਰਭੂ ਪਰਮਾਤਮਾ ਅਜਿਹਾ ਕਰਤਾ ਹੈ, ਅਜਿਹਾ ਸਿਰਜਣਹਾਰ ਹੈ। ਉਹ ਆਪਣੀ ਕਿਰਤ ਦੇ ਨਾਲ ਜੁੜਿਆ ਹੋਇਆ, ਜ਼ਰੇ ਜ਼ਰੇ ਵਿੱਚ, ਕਣ ਕਣ ਵਿੱਚ। ਕਰਤਾ ਪੁਰਖ ਅਕਾਲ ਮੂਰਤ। ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਜੋ ਸਰੂਪ ਹੈ ਨਾ, ਉਹ ਸਮੇਂ ਤੋਂ ਪਰੇ ਹੈ। ਹਰ ਚੀਜ਼ ਸਮੇਂ ਦੇ ਅਧੀਨ ਹੈ। ਅੱਜ ਇਹ ਗੱਲਾਂ ਸਾਇੰਸ ਵੀ ਮੰਨਣ ਲੱਗੀ ਹੈ। ਭਾਵੇਂ ਸਾਰੀਆਂ ਗੱਲਾਂ ਅਸੀਂ ਸਾਇੰਸ ਦੇ ਨਾਲ ਜੋੜ ਕੇ ਨਹੀਂ ਦੇ ਸਕਦੇ, ਅਤੇ ਦੇਖਣਾ ਨਹੀਂ ਚਾਹੀਦਾ। ਧਰਮ ਅਲੱਗ ਹੈ, ਸਾਇੰਸ ਵੱਖਰੀ ਹੈ। ਪਰ ਇਹ ਸਾਇੰਸ ਵੀ ਗੱਲ ਮੰਨ ਰਹੀ ਹੈ ਕਿ ਸਮੇਂ ਦਾ ਅਸਰ ਹੈ, ਅਤੇ ਸਮੇਂ ਦੇ ਅਸਰ ਦੇ ਨਾਲ ਮਨੁੱਖੀ ਜੀਵਨ 'ਤੇ ਸਮੇਂ ਦਾ ਅਸਰ ਪੈਂਦਾ ਹੈ, ਸੰਸਾਰੀ ਜੀਵਾਂ 'ਤੇ ਸਮੇਂ ਦਾ ਅਸਰ ਪੈਂਦਾ ਹੈ। ਪਰ ਜਿਹੜੀਆਂ ਚੀਜ਼ਾਂ ਬਾਰੇ ਸਾਨੂੰ ਗਿਆਨ ਵੀ ਨਹੀਂ ਹੈ, ਉਹਨਾਂ ਬਾਰੇ ਵੀ ਸਾਇੰਸ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਇਹ ਚੰਦਰਮਾ, ਇਹ ਸੂਰਜ, ਇਹਨਾਂ ਦੀ ਵੀ ਤਾਕਤ ਦਿਨੋਂ ਦਿਨ ਘਟ ਰਹੀ ਹੈ। ਭਾਵੇਂ ਬਾਣੀ ਵਿੱਚ ਪਹਿਲਾਂ ਹੀ ਗੱਲ ਲਿਖੀ ਹੋਈ ਹੈ, ਅੰਕਿਤ ਕੀਤੀ ਹੋਈ ਹੈ ਕਿ ਸੂਰਜ ਵੀ ਘਟ ਰਿਹਾ, ਚੰਦਰਮਾ ਵੀ ਘਟ ਰਿਹਾ ਹੈ। ਅੱਜ ਸਾਇੰਸ ਵੀ ਗੱਲ ਮੰਨ ਰਹੀ ਹੈ ਕਿ ਸੂਰਜ ਦੀ ਤਾਕਤ ਵੀ ਉਨੀ ਪਹਿਲਾਂ ਜਿੰਨੀ ਨਹੀਂ ਹੈ। ਹੋ ਸਕਦਾ ਇਹ ਵੀ ਆਉਣ ਵਾਲੇ ਲੱਖਾਂ ਸਾਲ ਤੱਕ ਇਹ ਸੂਰਜ ਵੀ ਸਮਾਪਤ ਹੋ ਜਾਵੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਆ ਕਿ ਉਹ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਸਰੂਪ ਸਮੇਂ ਤੋਂ ਪਰੇ ਹੈ। ਜਿਵੇਂ ਸਾਡੇ 'ਤੇ ਸਮੇਂ ਦਾ ਅਸਰ ਹੈ, ਅਸੀਂ ਸਮੇਂ ਦੇ ਨਾਲ ਬੱਚੇ, ਸਮੇਂ ਦੇ ਨਾਲ ਸਾਡੇ 'ਤੇ ਜਵਾਨੀ, ਸਮੇਂ ਦੇ ਨਾਲ ਸਾਡੇ ਜੀਵਾਂ 'ਤੇ ਵਡੇਪਾ, ਇਹ ਸਾਡੇ 'ਤੇ ਸਮੇਂ ਦਾ ਅਸਰ ਹੈ ਅਤੇ ਇਸ ਸਮੇਂ ਤੋਂ ਅਸੀਂ ਬਚ ਨਹੀਂ ਸਕਦੇ। ਪਰ ਉਹ ਵਾਹਿਗੁਰੂ ਪ੍ਰਭੂ ਪਰਮਾਤਮਾ ਜਿਸ ਨੂੰ ਅਕਾਲ ਪੁਰਖ ਕਿਹਾ ਹੈ, ਅਕਾਲ ਮੂਰਤ, ਅਕਾਲ ਪੁਰਖ, ਉਹ ਅਕਾਲ, ਕਿਉਂਕਿ ਸਿੱਖ ਅਕਾਲ ਦਾ ਪੁਜਾਰੀ ਹੈ। ਸੋ ਖੈਰ, ਉਹ ਵਾਹਿਗੁਰੂ ਪ੍ਰਭੂ ਪਰਮਾਤਮਾ ਸਮੇਂ ਤੋਂ ਪਰੇ, ਅਕਾਲ ਮੂਰਤ, ਅਜੂਨੀ, ਉਹ ਪ੍ਰਭੂ ਪਰਮਾਤਮਾ ਜੂਨਾਂ ਵਿੱਚ ਨਹੀਂ ਆਉਂਦਾ। ਆ ਮੰਨਿਆ ਜਾਂਦਾ ਹੈ ਨਾ ਕਈ ਧਰਮਾਂ ਦੇ ਵਿੱਚ ਕਿ ਉਹ ਮਾਲਕ ਨੇ ਆਪਣਾ ਨੂਰ ਭੇਜਿਆ, ਉਹ ਮਾਲਕ ਆਪਣਾ ਰੂਹ ਵਟਾ ਕੇ ਆਇਆ, ਉਹ ਪਰਮਾਤਮਾ ਇਹ ਅਵਤਾਰ ਧਾਰ ਕੇ ਆਇਆ। ਪਰ ਗੁਰਬਾਣੀ ਇਹਨਾਂ ਗੱਲਾਂ ਨੂੰ ਨਹੀਂ ਮੰਨਦੀ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਹੈ ਕਿ ਉਹ ਵਾਹਿਗੁਰੂ ਪ੍ਰਭੂ ਪਰਮਾਤਮਾ ਜੂਨਾਂ ਦੇ ਵਿੱਚ ਨਹੀਂ ਆਉਂਦਾ। ਸੋ ਮੁਖ ਜਲੋਂ ਜਿਤ ਕੈ ਠਾਕਰ ਜੋਨੀ, ਕਿ ਉਹ ਮੂੰਹ ਸੜ ਜਾਣਾ ਚਾਹੀਦਾ ਜਿਹੜਾ ਇਹ ਕਵੇ ਕਿ ਉਹ ਵਾਹਿਗੁਰੂ ਪ੍ਰਭੂ ਪਰਮਾਤਮਾ ਜੂਨਾਂ ਵਿੱਚ ਆਉਂਦਾ ਹੈ। ਉਹ ਪਰਮਾਤਮਾ ਅਜੂਨੀ ਹੈ, ਅਜੂਨੀ ਸਹਿ ਭੰਗ। ਉਹ ਪ੍ਰਭੂ ਪਰਮਾਤਮਾ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਜਾਂ ਕਾ ਮਾਈ ਨਾ ਬਾਪੂ ਰੇ, ਉਹ ਪ੍ਰਭੂ ਪਰਮਾਤਮਾ ਆਪਣੇ ਆਪ ਤੋਂ ਉਹਦਾ ਪ੍ਰਕਾਸ਼ ਹੈ, ਉਹਦੀ ਹੋਂਦ ਆਪਣੇ ਆਪ ਤੋਂ ਹੈ। ਹੁਣ ਇੰਨੇ ਗੁਣਾਂ ਵਾਲਾ
ਉਹ ਪ੍ਰਭੂ ਪਰਮਾਤਮਾ ਵਾਹਿਗੁਰੂ ਪਾਰਬ੍ਰਹਮ ਪਰਮੇਸ਼ਰ ਉਸ ਨੂੰ ਪਾਇਆ ਕਿਵੇਂ ਜਾਂਦਾ ਹੈ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ। ਹੁਣ ਅੱਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ, ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਰਹਿਮਤ ਕੀਤੀ ਹੈ ਕਿ ਉਹ ਜੋ ਐਡਾ ਵੱਡਾ ਪ੍ਰਮਾਤਮਾ ਹੈ ਨਾ, ਇੰਨੀਆਂ ਰਹਿਮਤਾਂ ਦਾ ਮਾਲਕ, ਉਹ ਆਦ ਤੋਂ, ਸ਼ੁਰੂ ਤੋਂ, ਆਦ ਸੱਚ, ਉਹ ਸ਼ੁਰੂ ਤੋਂ ਪ੍ਰਮਾਤਮਾ ਸੱਚ ਹੈ। ਜੁਗਾਦ ਸੱਚ, ਉਹ ਜੁਗਾਂ ਦੇ ਮੁੱਢ ਤੋਂ ਸੱਚ ਹੈ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਅਤੇ ਉਹ ਪ੍ਰਮਾਤਮਾ ਅੱਜ ਵੀ ਸੱਚ ਹੈ। ਨਾਨਕ ਹੋਸੀ ਵੀ ਸੱਚ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਨੇ ਸੱਚ ਰਹਿਣਾ ਹੈ, ਭਾਵ ਕਿ ਹੋਂਦ ਵਾਲਾ। ਉਹ ਪ੍ਰਭੂ ਪਰਮਾਤਮਾ ਕਦੇ ਮਿਟਣ ਵਾਲਾ ਨਹੀਂ ਹੈ। ਅਤੇ ਇਸ ਗੱਲ ਨੂੰ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਵੀ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਫਰਕ, ਥੋੜ੍ਹਾ ਜਿਹਾ ਫਰਕ ਬੇਸ਼ੱਕ ਆਉਂਦਾ ਹੈ ਸਿਹਾਰੀ ਦਾ। ਆਦ ਸੱਚ, ਆਦ ਸੱਚ, ਜੁਗਾਦ ਸੱਚ, ਸਤਿਗੁਰੂ ਪਾਤਸ਼ਾਹ ਮਹਾਰਾਜ ਜਿੱਥੇ ਬਚਨ ਕੀਤਾ ਸੋ ਖੈਰ ਬਹੁਤੇ ਵਿਸਥਾਰ ਵਿੱਚ ਨਾ ਜਾਈਏ। ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਆ, ਉਹ ਵਾਹਿਗੁਰੂ ਪੂਰਨ ਹੈ, ਅਤੇ ਉਸ ਪੂਰਨ ਪ੍ਰਭੂ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਦੁਨੀਆ ਦੇ ਜੀਵਾਂ ਨੇ ਅਨੇਕਾਂ ਯਤਨ ਕੀਤੇ। ਉਹ ਪਰਮਾਤਮਾ ਨੂੰ ਮਿਲਣ ਵਾਸਤੇ ਅਨੇਕਾਂ ਯਤਨ ਕੀਤੇ, ਅਤੇ ਉਹ ਜੋ ਯਤਨ ਕੀਤੇ ਹੈ, ਹੋ ਸਕਦਾ ਸ਼ੁਰੂਆਤੀ ਸਮੇਂ ਦੇ ਵਿੱਚ ਉਹ ਠੀਕ ਹੋਣ, ਪਰ ਸਮੇਂ ਦੇ ਨਾਲ ਸਿਰਫ ਉਹ ਕਰਮ ਕਾਂਡ ਬਣ ਕੇ ਰਹਿ ਗਏ। ਅਤੇ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਸਮਝਾ ਦਿੱਤਾ ਹੈ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਸੰਸਾਰ ਦੇ ਜੀਵਾਂ ਨੇ ਇਹ ਯਤਨ ਕੀਤਾ ਕਿ ਸਚਿਆਰ ਕਿਵੇਂ ਹੋਇਆ ਜਾਵੇ। ਮਨੁੱਖ ਅਤੇ ਪ੍ਰਭੂ ਪਰਮਾਤਮਾ ਦੇ ਵਿਚਕਾਰ ਜੋ ਇੱਕ ਦੀਵਾਰ ਹੈ ਨਾ, ਉਸ ਦੀਵਾਰ ਨੂੰ ਕਿਵੇਂ ਤੋੜਿਆ ਜਾਵੇ, ਜੋ ਭਰਮ ਦੀ ਦੀਵਾਰ ਹੈ, ਜੋ ਕੂੜ ਦੀ ਦੀਵਾਰ ਹੈ, ਜੋ ਭੁਲੇਖੇ ਵਾਲੀ ਦੀਵਾਰ ਹੈ। ਕਿਉਂਕਿ ਪ੍ਰਭੂ ਪਰਮਾਤਮਾ ਦੂਰ ਨਹੀਂ ਹੈ, ਸਾਡੇ ਬਹੁਤ ਨੇੜੇ ਹੈ। ਜੈ ਜੈ ਪੇਖੋਂ ਤੈਂ ਹਜੂਰ ਦੂਰ ਕਤੋਂ ਨਾ ਜਾਈ, ਭੰਬੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੁਹਰਾਇਓ। ਉਹ ਪਰਮਾਤਮਾ ਇੰਨਾ ਕੁ ਦੂਰ ਹੈ ਜਿੰਨਾ ਤਿਤਲੀ ਦੇ ਖੰਭ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ, ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਾ ਹੈ ਕਿ ਸੋਚੈ ਸੋਚ ਨਾ ਹੋਵੇ, ਜੇ ਸੋਚੀ ਲਖਵਾਰ। ਭਾਵੇਂ ਕਿ ਕਈਆਂ ਨੇ ਇਹਦੇ ਅਰਥ ਸੋਚੋਂ ਤੋਂ ਕੀਤੇ ਹੈ, ਗਿਆਨ ਤੋਂ ਕੀਤੇ ਹੈ, ਪਰ ਗਿਆਨ ਵਾਲੀ ਗੱਲ, ਸੋਚ ਵਾਲੀ ਗੱਲ, ਸਿਆਣਪ ਵਾਲੀ ਗੱਲ ਉਹ ਅੱਗੇ ਆ ਜਾਂਦੀ ਹੈ। ਚਾਰਾਂ ਕਰਮਾਂ ਦਾ ਜ਼ਿਕਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕੀਤਾ ਹੈ ਕਿ ਸੰਸਾਰ ਦੇ ਪੁਰਾਤਨ ਜੀਵਾਂ ਨੇ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਇਸ਼ਨਾਨ ਦਾ ਸਹਾਰਾ ਲਿਆ, ਆਪਣੇ ਆਪ ਨੂੰ ਸੁੱਚਾ ਕਰਨ ਦਾ ਯਤਨ ਕੀਤਾ ਕਿ ਉਹ ਮਾਲਕ ਵਾਹਿਗੁਰੂ ਪ੍ਰਭੂ ਪਰਮਾਤਮਾ ਸੁੱਚਾ ਹੈ। ਅੱਲਾ ਪਾਕੰ ਪਾਕ ਹੈ, ਉਹ ਅੱਲਾ, ਉਹ ਵਾਹਿਗੁਰੂ ਪ੍ਰਭੂ ਪਰਮਾਤਮਾ ਸੁੱਚਾ ਹੈ, ਅਤੇ ਸੁੱਚੇ ਹੋ ਕੇ ਅਸੀਂ ਪ੍ਰਭੂ ਪਰਮਾਤਮਾ ਨੂੰ ਪਾ ਸਕਦੇ ਹਾਂ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਨਹੀਂ, ਕਿਉਂਕਿ ਸੋਚੇ ਇਹ ਨਾ ਆਖੀਆਂ ਬਹਿਣ ਜੇ ਪਿੰਡਾ ਧੋਏ, ਸੋਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਦੇ ਆ, ਸੋਚੈ ਸੋਚ ਨਾ ਹੋਵੇ, ਜੇ ਸੋਚੀ ਲਖਵਾਰ। ਹੇ ਭਾਈ, ਇਸ਼ਨਾਨ ਕੀਤਿਆਂ ਤੇਰੇ ਅੰਦਰ ਸੋਚ ਨਹੀਂ ਆਉਣੀ, ਕਿਉਂਕਿ ਬਾਹਰੋਂ ਸਰੀਰ ਦਾ ਇਸ਼ਨਾਨ ਕਰਨ ਦੇ ਨਾਲ ਅੰਦਰ ਮਨ ਦਾ ਇਸ਼ਨਾਨ ਨਹੀਂ। ਸੁੱਚ ਤੇਰੇ ਵਿੱਚ ਤਾਂ ਆਏਗੀ ਜੇ ਤੂੰ ਮਨ ਦਾ ਇਸ਼ਨਾਨ ਕਰੇਗਾ, ਬਾਹਰਲੇ ਤੀਰਥਾਂ ਦੇ ਨਾਲ ਨਹੀਂ। ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ, ਤੀਰਥ ਪੂਰਾ ਸਤਿਗੁਰੂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਾਹਰੀ ਇਸ਼ਨਾਨ ਨੂੰ ਇਹ ਧਰਮ ਦਾ ਅੰਗ ਨਹੀਂ ਮੰਨਿਆ। ਬਾਹਰੀ ਇਸ਼ਨਾਨ ਜ਼ਰੂਰੀ ਹੈ, ਇਸ਼ਨਾਨ ਸਾਡੇ ਵਾਸਤੇ ਜ਼ਰੂਰੀ ਹੈ, ਪਰ ਉਸ ਇਸ਼ਨਾਨ ਨੂੰ ਇਕੱਲਾ ਧਰਮ ਮੰਨ ਲੈਣਾ, ਮਾਫ਼ ਕਰਨਾ, ਕਿ ਇਸ਼ਨਾਨ ਨੂੰ ਧਰਮ ਮੰਨ ਲੈਣਾ, ਇਸ਼ਨਾਨ ਧਰਮ ਨਹੀਂ ਹੈ। ਇਸ਼ਨਾਨ ਕਰਕੇ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਹੈ। ਸਦੀਵੀ ਕਾਲ ਵਾਸਤੇ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਨੇ ਸਾਡਾ ਭੁਲੇਖਾ ਦੂਰ ਕਰ ਦਿੱਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪਵਿੱਤਰ ਸਰੋਵਰ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੁਸ਼ੋਭਿਤ ਕਰ ਦਿੱਤਾ, ਅਤੇ ਇਹ ਸਾਡੇ ਵਾਸਤੇ ਪ੍ਰਤੀਕ ਹੈ ਕਿ ਇਹ ਭਾਈ ਬਾਹਰ ਸਰੋਵਰ ਹੈ, ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਆਪਣੇ ਸਰੀਰ ਨੂੰ ਪਵਿੱਤਰ ਕਰ, ਅਤੇ ਫਿਰ ਅੰਦਰ ਜਾ ਕੇ ਧੁਰ ਕੇ ਅਕਾਲੀ ਬਾਣੀ ਦਾ ਜਾਪ ਕਰ, ਬਾਣੀ ਸੁਣ, ਉਹਦੇ ਨਾਲ ਤੇਰੇ ਮਨ ਦੀ ਮੈਲ ਉਤਰੇਗੀ। ਸਤਿਗੁਰੂ ਜੀ ਰਹਿਮਤ ਕਰਦੇ ਆ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਹੱਛਾ ਹੋਏ ਸੀ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਅੱਗੇ ਬਚਨ ਕੀਤਾ, ਸੋਚੈ ਸੋਚ ਨਾ ਹੋਵੇ, ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋਵੇ।
ਕਈਆਂ ਨੇ ਸੋਚਿਆ ਕਿ ਬਹੁਤਾ ਬੋਲਣ ਦੇ ਨਾਲ ਕੀ ਹੈ, ਹੋ ਸਕਦਾ ਚੁੱਪ ਰਹਿ ਕੇ ਅੰਤਰ ਧਿਆਨ ਹੋ ਕੇ ਪ੍ਰਭੂ ਪਰਮਾਤਮਾ ਨੂੰ ਪਾਇਆ ਜਾਵੇ। ਸੋ ਇਸ ਕਰਕੇ ਬਹੁਤ ਸਾਰਿਆਂ ਨੇ ਮੌਨ ਧਾਰਨ ਕੀਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਰਸਤੇ ਦਾ ਵੀ ਖੰਡਨ ਕਰ ਦਿੱਤਾ ਕਿ ਨਹੀਂ, ਇਕੱਲਾ ਚੁੱਪ ਰਿਹਾ ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਨਹੀਂ। ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਸ ਸੁਣੀਐ ਕਿਸ ਕਹੀਐ, ਜਾਂ ਸੰਤ ਮਿਲੈ ਕਿ ਸੁਣੀਐ ਕਹੀਐ, ਮਿਲੈ ਅਸੰਤ ਮਸਤ ਕਰ ਰਹੀ ਹੈ। ਕਿ ਚੰਗਾ ਮਨੁੱਖ ਮਿਲ ਜਾਵੇ, ਸਿਆਣਾ ਮਨੁੱਖ ਮਿਲ ਜਾਵੇ ਤਾਂ ਉਹਦੇ ਨਾਲ ਵਿਚਾਰ ਕਰ ਲੈਣੀ ਚਾਹੀਦੀ ਹੈ। ਜੇ ਮਾੜਾ ਮਨੁੱਖ ਮਿਲ ਗਿਆ ਹੈ ਤਾਂ ਉੱਥੇ ਚੁੱਪ ਕਰ ਜਾਓ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਆ ਕਿ ਚੁੱਪ ਰਿਹਾ ਹੀ ਨਹੀਂ ਜਾ ਸਕਦਾ। ਜੇ ਤੁਸੀਂ ਆਪਣੀ ਜ਼ੁਬਾਨ ਨੂੰ ਬੰਦ ਕਰ ਲਓਗੇ ਫਿਰ ਕੀ ਹੈ, ਪਰ ਤੁਹਾਡਾ ਮਨ ਤਾਂ ਬੋਲੀ ਜਾ ਰਿਹਾ ਨਾ, ਮਨ ਦੇ ਵਿੱਚ ਤਾਂ ਖਿਆਲਾਤ ਚੱਲੀ ਜਾ ਰਹੇ ਹੈ ਨਾ। ਬੋਲੇ ਨਾ ਹੀ ਹੋਏ ਬੈਠਾ ਮੋਨੀ, ਅੰਤਰ ਕਲਪ ਭਵਾਈ ਹੈ ਜੋਨੀ। ਕਿ ਜੋ ਅੰਦਰੋਂ ਤਾਂ ਤੇਰਾ ਮਨ ਬੋਲੀ ਜਾ ਰਿਹਾ ਹੈ, ਮਨ ਦੇ ਵਿਚਾਰ ਚੱਲੀ ਜਾ ਰਹੇ ਹੈ, ਮਨ ਦੇ ਖਿਆਲ ਚੱਲੀ ਜਾ ਰਹੇ ਹੈ। ਅਤੇ ਸਰੀਰ ਤੋਂ ਚੰਗੇ ਮੰਦੇ ਕਰਮ ਕਰਾਉਂਦਾ ਕੌਣ ਹੈ? ਜੋ ਅੰਦਰ ਸਾਡੇ ਖਿਆਲਾਤ ਚੱਲ ਰਹੇ ਹੈ ਨਾ, ਚੰਗੇ ਚੱਲ ਰਹੇ ਹੈ ਜਾਂ ਮੰਦੇ ਚੱਲ ਰਹੇ ਹੈ, ਜਿਸ ਤਰ੍ਹਾਂ ਦੇ ਵਿਚਾਰ ਚੱਲ ਰਹੇ ਹੈ, ਜਿਸ ਤਰ੍ਹਾਂ ਦੇ ਖਿਆਲਾਤ ਚੱਲ ਰਹੇ ਹੈ, ਜਿਸ ਤਰ੍ਹਾਂ ਸਾਡਾ ਮਨ ਬੋਲ ਰਿਹਾ ਹੈ, ਜਦੋਂ ਉਸ ਨੂੰ ਸਮਾਂ ਮਿਲੇਗਾ, ਜੇ ਚੰਗੇ ਭਾਵ ਕਿ ਬੀਜ ਕੀ ਹੈ, ਬੀਜ ਨੂੰ ਜਦੋਂ ਉਹਦੀ ਚੰਗੀ ਹਾਲਾਤ ਮਿਲ ਜਾਵੇ ਤਾਂ ਬੀਜ ਪੁੰਗਰ ਪੈਂਦਾ ਹੈ, ਪੌਦਾ ਬਣ ਜਾਂਦਾ ਹੈ। ਉਹ ਪੌਦਾ ਭਾਵੇਂ ਚੰਗਾ ਹੋਵੇ ਭਾਵੇਂ ਮਾੜਾ ਹੋਵੇ। ਇਸ ਤਰ੍ਹਾਂ ਸਾਡੇ ਮਨ ਦੇ ਜੋ ਕਰਮ ਹੈ, ਮਨ ਦੇ ਜੋ ਫੁਰਨੇ ਹੈ, ਉਹ ਕਰਮ ਬਣ ਜਾਂਦੇ ਹੈ ਜਦੋਂ ਹਾਲਾਤ ਇਸ ਤਰ੍ਹਾਂ ਦੇ ਬਣ ਜਾਣ। ਹੁਣ ਜੇ ਮਨ ਵਿੱਚ ਉੱਠਿਆ ਹੋਇਆ ਮਾੜਾ ਫੁਰਨਾ ਹਾਲਾਤ ਇਸ ਤਰ੍ਹਾਂ ਦੇ ਬਣਦੇ ਹੈ ਤਾਂ ਮਾੜਾ ਉੱਠਿਆ ਹੋਇਆ ਫੁਰਨਾ ਮਾੜੇ ਕਰਮ ਦੇ ਵਿੱਚ ਬਦਲ ਜਾਏਗਾ। ਭਾਵ ਕਿ ਮਨੁੱਖ ਦੇ ਸਾਹਮਣੇ ਕੋਈ ਚੀਜ਼ ਆ ਗਈ ਹੈ, ਮਨੁੱਖ ਸਮਾਂ ਬਚਾ ਕੇ ਉਹਨੂੰ ਚੱਕ ਲਵੇਗਾ। ਮਨੁੱਖ ਕੀ ਬਣ ਜਾਏਗਾ? ਚੋਰ ਬਣ ਜਾਏਗਾ, ਉਹ ਚੋਰੀ ਕਰ ਲਏਗਾ। ਪਰ ਮਨੁੱਖ ਦੇ ਮਨ ਵਿੱਚ ਚੰਗਾ ਫੁਰਨਾ ਉੱਠਿਆ ਹੈ, ਹਾਲਾਤ ਇਸ ਤਰ੍ਹਾਂ ਦੇ ਬਣੇ ਹੈ, ਕਿਸੇ ਸੱਜਣ ਮਿੱਤਰ ਨੇ ਕਹਿਤਾ ਚੱਲ ਭਾਈ ਗੁਰੂ ਘਰ ਚਲੀਏ, ਅਤੇ ਉਹਦਾ ਜੋ ਮਨ ਵਿੱਚ ਉੱਠਿਆ ਹੋਇਆ ਫੁਰਨਾ, ਦੂਜੇ ਮਨੁੱਖ ਦਾ ਉੱਠਿਆ ਹੋਇਆ ਫੁਰਨਾ, ਦੋਨੋਂ ਫੁਰਨੇ ਮਿਲੇ ਹੈ ਅਤੇ ਉਹ ਇਕੱਠੇ ਚੱਲ ਕੇ ਗੁਰੂ ਘਰ ਵਿੱਚ ਆਏ ਹੈ। ਉਹ ਕਰਮ ਚੰਗਾ ਬਣ ਗਿਆ। ਭਾਵ ਕਿ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਨੂੰ ਸਮਝਾਇਆ ਹੈ ਕਿ ਭਾਈ ਅਸੀਂ ਮਨ ਦੇ ਫੁਰਨਿਆਂ ਨੂੰ ਰੋਕ ਨਹੀਂ ਸਕਦੇ। ਮਨ ਦੇ ਫੁਰਨੇ ਤਾਂ ਚੱਲਦੇ ਰਹਿਣੇ ਹੈ, ਪਰ ਤੁਸੀਂ ਆਪਣਾ ਜੀਵਨ ਇਸ ਤਰ੍ਹਾਂ ਦਾ ਬਣਾਓ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਮਨੁੱਖ ਦੇ ਧਰਮੀ ਜੀਵਨ ਦੀ ਵਾੜ ਮੰਨੀ ਹੈ ਸੰਗਤ। ਮਨੁੱਖ ਦਾ ਜੋ ਧਰਮੀ ਜੀਵਨ ਹੈ ਨਾ, ਉਹਦੀ ਵਾੜ ਹੈ ਸੰਗਤ। ਭਾਵ ਕਿ ਸਤ ਸੰਗਤ, ਚੰਗੀ ਸੰਗਤ ਧਰਮੀ ਜੀਵਨ ਦੀ ਵਾੜ ਹੈ। ਇਸੇ ਕਰਕੇ ਸਤਿਗੁਰਾਂ ਨੇ ਤਾਕੀਦ ਕੀਤੀ ਹੈ, ਸੱਤੀ ਪੈਰੀ ਸਤ ਭਲਾ ਬਈਐ ਪੜਿਆ ਪਾਸ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ 8 ਪੈਰ ਆਪਾਂ ਸਾਰੇ ਜਾਣਦੇ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸੱਤਾਂ ਦਾ ਜ਼ਿਕਰ ਕਿਉਂ ਕੀਤਾ ਹੈ? ਸੱਤਾਂ ਦਾ ਜ਼ਿਕਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਸ ਕਰਕੇ ਕਿ ਇੱਕ ਪੈਰ ਉਹ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਲੇਖੇ ਲਾਉਣਾ ਹੈ, ਨਾਮ ਜਪਣਾ ਹੈ, ਬਾਣੀ ਪੜ੍ਹਨੀ ਹੈ, ਸਿਮਰਨ ਕਰਨਾ ਹੈ। ਅਤੇ ਬਾਕੀ ਦੇ 7 ਪੈਰ ਉਹਨਾਂ ਵਿੱਚ ਵੀ ਅਸੀਂ ਸਤਿਪੁਰਖਾਂ ਦੀ ਸੰਗਤ ਕਰਨੀ ਹੈ, ਚੰਗੇ ਪੁਰਖਾਂ ਦੀ ਸੰਗਤ ਕਰਨੀ ਹੈ। ਕਿਉਂਕਿ ਸੰਗਤ ਮਨੁੱਖ ਦੇ ਅੰਦਰਲੇ ਫੁਰਨਿਆਂ ਨੂੰ ਚੰਗੇ ਪਾਸੇ ਲੈ ਕੇ ਜਾਏਗੀ, ਮਾੜੇ ਪਾਸੇ ਨਹੀਂ। ਸਤ ਸੰਗਤ, ਸੰਗਤ ਆਮ ਤੌਰ 'ਤੇ ਮੁੱਖ ਤੌਰ 'ਤੇ 2 ਤਰ੍ਹਾਂ ਦੀ ਹੈ, ਚੰਗੀ ਸੰਗਤ ਅਤੇ ਮਾੜੀ ਸੰਗਤ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਵਿੱਤਰ ਬਚਨ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਤ, ਕਾਹੂ ਕੀ ਸੰਗਤ ਜੰਮਪੁਰ ਲੈ ਜਾਤ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅੱਗੇ ਤੀਜਾ ਕਰਮ ਦੱਸਿਆ ਕਿ ਕਈਆਂ ਨੇ ਇਹ ਖਿਆਲ ਕੀਤਾ ਕਿ ਵਰਤ ਰੱਖ ਕੇ ਭੁੱਖੇ ਰਹਿ ਕੇ ਉਸ ਪ੍ਰਭੂ ਪਰਮਾਤਮਾ ਨੂੰ ਪਾਇਆ ਜਾਂਦਾ ਹੈ। ਭਾਵੇਂ ਕਿ ਇੱਥੇ ਜ਼ਿਕਰ ਆਉਂਦਾ ਹੈ, ਤ੍ਰਿਸ਼ਨਾ ਦੀ ਗੱਲ ਆਉਂਦੀ ਹੈ, ਪਰ ਅਸੀਂ ਵਰਤ ਕਿਉਂ ਰੱਖਦੇ ਹਾਂ? ਵਰਤ ਰੱਖਣ ਵਾਲੇ ਲੋਕ ਕਿਉਂ ਹੈ? ਉਹਦੇ ਪਿੱਛੇ ਵੀ ਤ੍ਰਿਸ਼ਨਾ ਹੋਇਆ ਕਰਦੀ ਹੈ, ਲਾਲਚ ਹੋਇਆ ਕਰਦਾ ਹੈ। ਕਿਸੇ ਨਾ ਕਿਸੇ ਕਾਮਨਾ, ਕਿਸੇ ਨਾ ਕਿਸੇ ਇੱਛਾ ਕਰਕੇ ਜੋ ਮਨੁੱਖ ਵਰਤ ਰੱਖਦੇ ਹੈ ਕਿ ਮੇਰਾ ਇਹ ਕਾਰਜ ਪੂਰਾ ਹੋਵੇ, ਮੈਂ ਇਹ ਵਰਤ ਰੱਖਾਂ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਸ ਗੱਲ ਦਾ ਵੀ ਖੰਡਨ ਕਰ ਦਿੱਤਾ ਕਿ ਇਹ ਭਾਈ ਇਸ ਤਰ੍ਹਾਂ ਤ੍ਰਿਸ਼ਨਾ ਨਹੀਂ ਬੁਝਣੀ। ਇਹ ਵਰਤਾਤਕ ਰੱਖਣ ਦੇ ਨਾਲ, ਭੁੱਖੇ ਰਹਿਣ ਦੇ ਨਾਲ ਤ੍ਰਿਸ਼ਨਾ ਨਹੀਂ ਬੁਝ ਸਕਦੀ। ਤ੍ਰਿਸ਼ਨਾ ਵਿਰਲੇ ਕੀ ਬੁਝੀ ਹੈ। ਅਤੇ ਅਖੀਰ 'ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਚੌਥਾ ਕਰਮ ਕਿ ਮੈਂ ਪਾਠ ਕਰਕੇ, ਮੈਂ ਸਿਆਣਪ ਦੇ ਨਾਲ, ਮੈਂ ਚਲਾਕੀ ਦੇ ਨਾਲ, ਮੈਂ ਗਿਆਨ ਦੇ ਨਾਲ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਕਰ ਲਵਾਂਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਨਹੀਂ,
ਕੱਲੇ ਗਿਆਨ ਦੇ ਨਾਲ ਨਹੀਂ, ਕੱਲੇ ਸਿਆਣਪ ਦੇ ਨਾਲ ਨਹੀਂ। ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਸਿਆਣਪਾਂ ਦੇ ਨਾਲ ਨਹੀਂ ਹੈ। ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਨਾ। ਕਿਆ ਪੜ੍ਹੀਐ ਕਿਆ ਗੁਣੀਆਂ ਕਿਆ ਵੇਦ ਪੁਰਾਣਾ ਸੁਣੀਐ। ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ। ਇਕੱਲਾ ਪੜ੍ਹਨ ਦੀ ਗੱਲ ਨਹੀਂ ਹੈ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭੰਗਮ ਸਾਧੇ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿੰਨੀ ਸਿਆਣਪ ਦੀ ਗੱਲ ਕੀਤੀ ਹੈ ਕਿ ਬਾਹਰੀ ਸਿਆਣਪ ਬਾਹਰੀ ਗਿਆਨ ਕੰਮ ਆਉਣ ਵਾਲਾ ਨਹੀਂ ਹੈ, ਸੱਚ ਦਾ ਗਿਆਨ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਇੱਥੇ ਰਹਿਮਤ ਕਰਦੇ ਹੈ ਕਿ ਉਹ ਵਾਹਿਗੁਰੂ ਆਪ ਪੂਰਾ ਹੈ ਅਤੇ ਪੂਰੇ ਵਾਹਿਗੁਰੂ ਨੇ ਜੋ ਕੁਝ ਪੈਦਾ ਕੀਤਾ ਹੈ, ਜੋ ਉਹ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਨਾਲ ਜੁੜੇਗਾ ਉਹ ਕਦੇ ਡੋਲਦਾ ਨਹੀਂ ਹੈ, ਡੋਲਦਾ ਹਮੇਸ਼ਾ ਅਧੂਰਾ ਹੈ। ਹੁਣ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੰਸਾਰ ਵਿੱਚ ਆਏ। ਉਹਨਾਂ ਨੇ ਸੰਸਾਰ ਫੇਰੀਆਂ ਕੀਤੀਆਂ, ਪ੍ਰਚਾਰਕ ਦੌਰੇ ਕੀਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ। ਉਹ ਕਾਹਦੇ ਵਾਸਤੇ ਕੀਤੇ ਹੈ? ਸਿਰਫ ਅਧੂਰਿਆਂ ਨੂੰ ਪੂਰੇ ਕਰਨ ਵਾਸਤੇ। ਜਿਹੜੇ ਅਧੂਰੇ ਸੀ ਉਹਨਾਂ ਨੂੰ ਪੂਰੇ ਕਰਨ ਵਾਸਤੇ। ਪਤਾ ਨਹੀਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸੰਸਾਰ ਦੇ ਕਿੰਨੇ ਅਧੂਰੇ ਜੀਵਾਂ ਨੂੰ ਪੂਰੇ ਕੀਤਾ ਹੈ। ਭਾਵੇਂ ਕਿ ਪੂਰਾ ਲਫ਼ਜ਼ ਕੀ ਹੈ? ਜਦੋਂ ਇਨਸਾਨ ਚੜ੍ਹਾਈ ਕਰ ਜਾਂਦਾ ਹੈ ਅਸੀਂ ਕੀ ਕਹਿੰਦੇ ਹਾਂ? ਸਾਡੇ ਮੂੰਹ ਦੇ ਵਿੱਚੋਂ ਨਿਕਲਦਾ ਹੈ, ਜਾਂ ਅਸੀਂ ਕਿਸੇ ਨੂੰ ਕਹਿੰਦੇ ਹਾਂ ਕਿ ਉਹ ਪੂਰਾ ਹੋ ਗਿਆ। ਮਨੁੱਖ ਦਾ ਸੰਸਾਰ ਤੋਂ ਚਲੇ ਜਾਣਾ, ਮਨੁੱਖ ਦਾ ਮਰ ਜਾਣਾ, ਅਸੀਂ ਉਹਦੇ ਸਤਿਕਾਰ ਵਾਸਤੇ ਕਹਿੰਦੇ ਵੀ ਉਹ ਤਾਂ ਗੁਜ਼ਰ ਗਿਆ। ਦੂਜਾ ਲਫ਼ਜ਼ ਵਰਤਦੇ ਹਾਂ ਕਿ ਉਹ ਪੂਰਾ ਹੋ ਗਿਆ, ਜਦੋਂ ਕਿ ਭਾਵੇਂ ਕਿ ਇਹ ਕਹਿਣਾ ਗਲਤ ਹੈ। ਪੂਰਾ ਨਹੀਂ, ਪੂਰਾ ਤਾਂ ਉਹ ਹੈ ਜੋ ਉਸ ਪੂਰਨ ਪ੍ਰਭੂ ਪਰਮਾਤਮਾ ਦੇ ਨਾਲ ਸਦੀਵੀ ਤੌਰ 'ਤੇ ਜੁੜ ਗਿਆ ਹੈ। ਸੋ ਮਨੁੱਖ ਜੀਵਨ ਦੇ ਵਿੱਚ ਡੋਲਦਾ ਹੈ ਜਿੰਨੀ ਦੇਰ ਤੱਕ ਉਸ ਪ੍ਰਭੂ ਪਰਮਾਤਮਾ ਦੇ ਨਾਲ, ਪ੍ਰਭੂ ਪਰਮਾਤਮਾ ਦੇ ਪਵਿੱਤਰ ਗੁਣਾਂ ਨੂੰ ਉਹ ਹਿਰਦੇ ਵਿੱਚ ਧਾਰਨ ਨਹੀਂ ਕਰਦਾ, ਉਨੀ ਦੇਰ ਤੱਕ ਮਨੁੱਖ ਨੇ ਡੋਲਣਾ ਹੀ ਡੋਲਣਾ ਹੈ। ਹੁਣ ਰਾਜਾ ਭਰਥਰੀ ਰਾਜਾ ਹੈ, ਚੋਟ ਲੱਗੀ ਹੈ ਅਤੇ ਚੋਟ ਲੱਗੀ ਹੈ, ਚੋਟ ਲੱਗਣ ਦੇ ਕਾਰਨ ਸਰੀਰਕ ਚੋਟ ਨਹੀਂ ਮਨ 'ਤੇ ਚੋਟ ਲੱਗੀ ਹੈ, ਤਾਂ ਉਹ ਸੰਸਾਰ ਨੂੰ ਘਰ-ਬਾਰ ਨੂੰ ਤਿਆਗ ਕੇ ਉਹ ਸਾਧੂ ਬਣ ਗਿਆ। ਹੁਣ ਰਾਜਾ ਭਰਥਰੀ ਘਰ-ਬਾਰ ਨੂੰ ਤਿਆਗ ਕੇ ਮਨ 'ਤੇ ਸੱਟ ਵੱਜੀ ਹੈ ਤਾਂ ਉਹ ਧਰਮੀ ਬਣਦਾ, ਉਹਨੇ ਇਹ ਲਿਬਾਸ ਪਾ ਲਿਆ, ਧਰਮੀ ਬਣ ਗਿਆ। ਕਾਫੀ ਸਮਾਂ ਲੰਘਿਆ ਭਰਥਰੀ ਨੂੰ, ਪਰ ਮਨ ਕਰਕੇ ਧਰਮੀ ਬਣਿਆ ਨਹੀਂ ਹੈ। ਅਜੇ ਵੀ ਮਨ ਵਿੱਚ ਡੋਲਣਾ, ਉਹਦੇ ਡੋਲਣ ਦੀ ਗੱਲ ਆਉਂਦੀ ਹੈ ਕਿ ਭਰਥਰੀ ਤੁਰਿਆ ਜਾ ਰਿਹਾ, ਰਾਤ ਦਾ ਸਮਾਂ, ਕੋਈ ਸ਼ਹਿਰ ਹੈ। ਹੁਣ ਸ਼ਹਿਰ ਦੀ ਗਲੀ ਦੇ ਵਿੱਚ ਰਾਤੇ ਰਾਤ ਤੁਰਿਆ ਜਾ ਰਿਹਾ ਹੈ। ਹੁਣ ਤੁਰਦਿਆਂ ਤੁਰਦਿਆਂ ਰਾਜਾ ਸੀ ਅਤੇ ਜ਼ਮੀਨ ਵੱਲ ਵੇਖਿਆ ਅਤੇ ਉੱਥੇ ਇੱਕ ਪਿਆ ਹੋਇਆ ਲਾਲ ਉਹਨੂੰ ਨਜ਼ਰ ਆਇਆ। ਉਹਨੇ ਸੋਚਿਆ ਕੀਮਤੀ ਲਾਲ ਪਿਆ ਹੋਇਆ ਜ਼ਮੀਨ 'ਤੇ, ਚਲੋ ਚੁੱਕ ਕੇ ਆਪਣੀ ਬਗਲੀ ਵਿੱਚ ਪਾ ਲਵਾਂ। ਹੁਣ ਉਸ ਰਾਜੇ ਭਰਥਰੀ ਨੇ ਜੋ ਸਾਧੂ ਬਣ ਚੁੱਕਾ ਸੀ, ਉਸ ਲਾਲ ਨੂੰ ਚੁੱਕਣ ਵਾਸਤੇ ਉਹ ਝੁਕਿਆ ਅਤੇ ਝੁੱਕ ਕੇ ਜਦੋਂ ਲਾਲ ਚੁੱਕਣ ਲੱਗਿਆ, ਉਹ ਲਾਲ ਚੁੱਕਿਆ ਨਹੀਂ ਗਿਆ ਬਲਕਿ ਹੱਥ ਗੰਦ ਦੇ ਨਾਲ ਭਰ ਗਿਆ। ਕੀ ਸੀ ਅਸਲ ਵਿੱਚ? ਉਹ ਲਾਲ ਨਹੀਂ ਸੀ, ਕਿਸੇ ਨੇ ਪਾਨ ਖਾ ਕੇ ਉਹ ਪਾਨ ਵਾਲਾ ਥੁੱਕ ਸੁੱਟਿਆ ਹੋਇਆ ਸੀ ਅਤੇ ਇਸ ਤਰ੍ਹਾਂ ਉਹ ਚਾਂਦੇ ਚਾਨਣੇ ਵਿੱਚ ਚਮਕ ਰਿਹਾ ਸੀ ਜਿਵੇਂ ਉਹ ਲਾਲ ਹੋਵੇ। ਭਰਥਰੀ ਨੇ ਮੱਥੇ 'ਤੇ ਹੱਥ ਮਾਰਿਆ ਕਿ ਭਰਥਰੀ, ਤੂੰ ਰਾਜ ਭਾਗ ਤਿਆਗਿਆ, ਹੀਰੇ ਜਵਾਹਰਾਤ ਤੂੰ ਤਿਆਗੇ, ਵੱਡੇ ਵੱਡੇ ਖਜ਼ਾਨੇ ਤਿਆਗੇ, ਅੱਜ ਫੇਰ ਤੂੰ ਉਸੇ ਗੰਦ ਵਿੱਚ ਹੱਥ ਮਾਰ ਲਿਆ, ਉਸੇ ਲਾਲ ਦੇ ਭੁਲੇਖੇ, ਉਸੇ ਹੀਰੇ ਦੇ ਭੁਲੇਖੇ। ਸੋ ਜਿੰਨੀ ਦੇਰ ਤੱਕ ਪੂਰਨ ਤੌਰ 'ਤੇ ਸ਼ਰਧਾ ਨਹੀਂ ਆਉਂਦੀ ਜੀਵਨ ਦੇ ਵਿੱਚ, ਸਾਡੇ ਪੂਰਨ ਤੌਰ 'ਤੇ ਵਿਕਾਰ ਨਹੀਂ ਜਾਂਦੇ। ਹੁਣ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਮੇਂ ਦੀ ਵੀ ਗੱਲ ਹੈ ਨਾ, ਕਿਉਂਕਿ ਮਨੁੱਖ ਨੂੰ ਜੇ ਪੂਰਾ ਕਰਦਾ ਹੈ ਤਾਂ ਉਹ ਸ਼ਰਧਾ ਪੂਰੀ ਕਰਦੀ ਹੈ, ਨਿਸ਼ਚਾ ਪੂਰਾ ਕਰਦਾ ਹੈ। ਮੈਂ ਬਹੁਤ ਵਾਰੀ ਅਰਜ਼ ਕਰਦਾ ਹੁੰਦਾ, ਭਗਤ ਬੇਨੀ ਜੀ ਨੇ ਬਚਨ ਵਰਤੇ ਹੈ, ਕਹੋ ਬੇਨੀ ਗੁਰਮੁਖ ਧਿਆਵੈ, ਬਿਨ ਸਤਿਗੁਰ ਬਾਟ ਨਾ ਪਾਵੈ। ਬੇਨੀ ਜੀ ਕਹਿ ਰਹੇ ਇਹ ਭਾਈ ਗੁਰੂ ਜੀ ਕਿਰਪਾ ਕਰਦੇ ਹੈ, ਗੁਰੂ ਦੇ ਰਸਤੇ 'ਤੇ ਚੱਲੋ ਅਤੇ ਸਤਿਗੁਰੂ ਸੱਚਾ ਰਸਤਾ ਦੱਸਦੇ ਹੈ। ਬੇਨੀ ਜੀ ਕਹਿ ਰਹੇ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਉਸ ਗੱਲ ਨੂੰ ਵਧਾ ਰਹੇ ਹੈ, ਹੋਰ ਵਿਸਥਾਰ ਦੇ ਰਹੇ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ, ਠੀਕ ਹੈ ਭਾਈ, ਬੇਨੀ ਜੀ ਨੇ ਬੜੀ ਅੱਛੀ ਗੱਲ ਕੀਤੀ ਹੈ, ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੈ, ਸਤਿਗੁਰੂ ਤੋਂ ਬਿਨਾਂ ਸੱਚਾ ਰਸਤਾ ਨਹੀਂ ਮਿਲਦਾ। ਪਰ ਜਿੰਨੀ ਦੇਰ ਤੱਕ ਨਿਸ਼ਚਾ ਨਹੀਂ ਹੈ, ਯਕੀਨ ਨਹੀਂ ਹੈ, ਸ਼ਰਧਾ ਨਹੀਂ ਹੈ, ਪਾਰ ਉਤਾਰਾ ਕਿਵੇਂ? ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਚਨ ਕਰਦੇ ਆ, ਕਹੋ ਨਾਨਕ
ਨਿਸ਼ਚੋ ਧਿਆਵੈ ਬਿਨ ਸਤਿਗੁਰ ਬਾਟ ਨਾ ਪਾਵੈ। ਹੁਣ ਨਿਸ਼ਚਾ ਨਹੀਂ ਹੈ ਕਿਹਦੇ ਮਨ ਵਿੱਚ? ਅਨੰਦਪੁਰ ਸਾਹਿਬ ਕਿਲੇ ਨੂੰ ਘੇਰਾ ਪਿਆ ਹੋਇਆ ਹੈ, ਦਰਵਾਜ਼ਾ ਤੋੜਨ ਵਾਸਤੇ ਜਸਵਾਲੀਏ ਦਾ ਹਾਥੀ ਆਇਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਖਬਰ ਦਿੱਤੀ ਹੈ ਕਿਸੇ ਨੇ, ਸਤਿਗੁਰੂ ਪਾਤਸ਼ਾਹ ਉਹਨਾਂ ਦਾ ਮਸਤ ਹਾਥੀ ਆ ਰਿਹਾ ਹੈ ਅਤੇ ਉਹਨੇ ਕਿਲੇ ਦੇ ਨਾਲ ਟੱਕਰ ਮਾਰਨੀ ਹੈ, ਦਰਵਾਜ਼ੇ ਦੇ ਨਾਲ ਦਰਵਾਜ਼ਾ ਤੋੜ ਦੇਣਾ ਹੈ। ਕਿਸੇ ਤਰੀਕੇ ਨਾਲ ਹਾਥੀ ਨੂੰ ਭਜਾਉਣ ਦਾ ਪ੍ਰਬੰਧ ਕਰੋ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਅੰਤਰਜਾਮੀ ਦਾਤਾ ਸ਼ਾਇਦ ਜਾਣਦੇ ਸੀ ਕਿ ਇਸ ਮਨੁੱਖ ਦਾ ਸਮਾਂ ਨੇੜੇ ਆ ਚੁੱਕਾ ਹੈ ਅਤੇ ਜੇ ਇਹ ਦੁਨਿਆਵੀ ਮੌਤ ਮਰੇਗਾ, ਉਸ ਤਰ੍ਹਾਂ ਸੰਸਾਰੀ ਤੌਰ 'ਤੇ ਗੁਜ਼ਰ ਜਾਵੇਗਾ, ਇਹਦਾ ਜੀਵਨ ਸਫਲਾ ਨਹੀਂ ਹੋ ਸਕਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਉਹਦਾ ਜੀਵਨ ਸਫਲਾ ਕਰਨਾ ਚਾਹੁੰਦੇ ਹੋਣ, ਉਹਨੂੰ ਸ਼ਹੀਦ ਬਣਾਉਣਾ ਚਾਹੁੰਦੇ ਹੋਣ, ਪਰ ਮਨ ਵਿੱਚ ਨਿਸ਼ਚਾ ਨਹੀਂ ਡੋਲ ਗਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਫਿਰ ਕੀ ਹੈ ਜੇ ਹਾਥੀ ਆ ਰਹੇ ਹੈ, ਸਾਡੇ ਕੋਲੇ ਵੀ ਹਾਥੀ ਵਾਲੀ ਤਾਕਤ ਵਾਲਾ ਇਹ ਦੁਨੀ ਚੰਦ ਬੈਠਾ ਹੈ। ਇਹ ਦੁਨੀ ਚੰਦ ਕੱਲ੍ਹ ਨੂੰ ਹਾਥੀ ਦਾ ਮੁਕਾਬਲਾ ਕਰੇਗਾ। ਮਾਫ਼ ਕਰਨਾ, ਉਹ ਦੁਨੀ ਚੰਦ ਕੋਈ ਆਮ ਨਹੀਂ ਸੀ। ਦੁਨੀ ਚੰਦ 500 ਘੋੜ ਸਵਾਰ ਦਾ ਉਹ ਜਥੇਦਾਰ ਸੀ। ਅਤੇ ਇੱਕ ਹੋਰ ਵੱਡੀ ਗੱਲ, ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਦੇ ਰਹਿਮਤਾਂ ਦੇ ਪਾਤਰ ਮਹਾਨ ਗੁਰਸਿੱਖ ਭਾਈ ਸਾਲੋ ਜੀ ਦਾ ਪੋਤਰਾ ਵੀ ਸੀ। ਦੇਖੋ, ਭਾਈ ਸਾਲੋ ਜੀ ਦਾ ਉਹ ਪੋਤਰਾ ਸੀ, ਮਜੀਠੀ ਦਾ ਰਹਿਣ ਵਾਲਾ। 500 ਘੋੜ ਸਵਾਰ ਉਹਦੇ ਕੋਲੇ, ਬੜਾ ਉਹਦਾ ਇਹ ਰੁਤਬਾ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਚੰਗਾ ਦਿੱਤਾ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਸਾਡਾ ਇਹ ਦੁਨੀ ਚੰਦ ਉਸ ਹਾਥੀ ਦਾ ਮੁਕਾਬਲਾ ਕਰੇਗਾ। ਪਰ ਨਿਸ਼ਚਾ ਨਹੀਂ ਸੀ ਸਤਿਗੁਰਾਂ 'ਤੇ, ਸ਼ਰਧਾ ਨਹੀਂ ਸੀ, ਪੂਰਨ ਤੌਰ 'ਤੇ ਅੰਦਰੋਂ ਪੂਰਿਆ ਹੋਇਆ ਨਹੀਂ ਸੀ, ਗੁਰੂ ਦੇ ਬਚਨਾਂ ਦੇ ਨਾਲ ਅਧੂਰਾ ਸੀ। ਡਰ ਗਿਆ, ਰਾਤੋਂ ਰਾਤ ਕਿਲੇ ਦੀ ਕੰਧ ਤੋਂ ਛਾਲ ਮਾਰੀ, ਡਿੱਗਿਆ, ਲੱਤ ਟੁੱਟੀ, ਘਰ ਚਲਾ ਗਿਆ। ਘਰੇ ਜਾ ਕੇ ਸੱਪ ਲੜ ਕੇ ਉਹਦੀ ਮੌਤ ਹੋਈ ਸੀ। ਆਪ ਜੀ ਜਾਣਦੇ ਹੋ ਕਿ ਜਿੱਥੇ ਭਾਈ ਸਾਲੋ ਜੀ ਦਾ, ਮਾਫ਼ ਕਰਨਾ, ਜਿੱਥੇ ਭਾਈ ਦੁਨੀ ਚੰਦ ਦੇ ਦਾਦਾ ਜੀ ਭਾਈ ਸਾਲੋ ਜੀ ਗੁਰੂ ਘਰ ਦੇ ਅਨੰਨ ਸੇਵਕ ਸੀ, ਉੱਥੇ ਦੁਨੀ ਚੰਦ ਨੇ ਭਾਈ ਮਾਨੋ ਭਾਈ ਸਾਲੋ ਜੀ ਦੇ ਅੰਸ਼ ਨੂੰ ਦਾਗ ਲਾ ਦਿੱਤਾ। ਹੁਣ ਦੁਨੀ ਚੰਦ ਦੇ ਪੋਤਰਿਆਂ ਦੇ ਮਨ ਵਿੱਚ ਗੱਲ ਆਈ, ਮੈਂ ਗੱਲ ਅਗਲੀ ਵੀ ਆਪ ਜੀ ਦੇ ਸਾਹਮਣੇ ਰੱਖ ਲਵਾਂ। ਦੁਨੀ ਚੰਦ ਬਾਰੇ ਸਾਰੇ ਢਾਡੀ ਸਾਹਿਬਾਨ ਵਾਰਾਂ ਗਾਉਂਦੇ ਆ, ਬੜਾ ਕੁਝ ਉਹਨੂੰ ਮਾੜਾ ਕਹਿੰਦੇ ਆ, ਪਰ ਜਿੱਥੇ ਉਹ ਸਾਲੋ ਜੀ ਦਾ ਪੋਤਰਾ ਸੀ ਦੁਨੀ ਚੰਦ, ਉੱਥੇ ਦੁਨੀ ਚੰਦ ਦੇ ਪੋਤਰੇ ਇਹ ਭਾਈ ਅਨੂਪ ਸਿੰਘ ਜੀ ਅਤੇ ਭਾਈ ਸਰੂਪ ਸਿੰਘ ਜੀ, ਇਹਨਾਂ ਨੇ ਆਪਣੇ ਦਾਦੇ ਦਾ ਦਾਗ ਧੋਤਾ ਸੀ। ਇਹਨਾਂ ਨੇ ਆਪਣੇ ਦਾਦੇ ਦਾ ਲੱਗਿਆ ਹੋਇਆ ਦਾਗ ਧੋਤਾ ਸੀ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਆਏ ਅਤੇ ਸਤਿਗੁਰਾਂ ਦੇ ਕੋਲ ਆ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਜੰਗਾਂ ਯੁੱਧਾਂ ਦੇ ਵਿੱਚ ਉਹਨਾਂ ਨੇ ਉਹ ਤੇਗ ਵਾਹੀ ਕਮਾਲ ਕੀਤੀ ਹੋਈ। ਭਾਵ ਕਿ ਦੁਨੀ ਚੰਦ ਦੇ ਪੋਤਰਿਆਂ ਨੇ ਕਹਿਣ ਲੱਗੇ, ਸਤਿਗੁਰੂ ਪਾਤਸ਼ਾਹ ਸਾਡੇ ਦਾਦਾ ਜੀ ਘਬਰਾ ਗਏ, ਸਾਡੀ ਦਾਦਾ ਜੀ ਤੁਹਾਡੇ 'ਤੇ ਸ਼ਰਧਾ ਨਹੀਂ ਰੱਖ ਸਕੇ, ਹੁਣ ਸਾਨੂੰ ਅਤੇ ਸਾਡੇ 'ਤੇ ਕਿਰਪਾ ਕਰੋ। ਤਾਂ ਉਹਨਾਂ ਨੇ ਸਿੱਖੀ ਕਮਾ ਲਈ ਸੀ। ਭਾਵ ਕਿ ਸਿੱਖੀ ਕਮਾਈ ਜਾਂਦੀ ਹੈ ਸ਼ਰਧਾ ਦੇ ਨਾਲ। ਉਹ ਵਾਹਿਗੁਰੂ ਪ੍ਰਭੂ ਪਰਮਾਤਮਾ ਪੂਰਨ ਹੈ, ਅਤੇ ਜਿਹੜਾ ਪੂਰਨ 'ਤੇ ਵਿਸ਼ਵਾਸ ਰੱਖਦਾ ਉਹ ਡੋਲਦਾ ਕੋਈ ਨਹੀਂ ਹੈ। ਕਿਉਂਕਿ ਜਿੱਥੇ ਉਹ ਵਾਹਿਗੁਰੂ ਪੂਰਨ ਹੈ, ਉੱਥੇ ਗੁਰੂ ਵੀ ਸਮਰੱਥ ਹੈ। ਸਮਰੱਥ ਗੁਰੂ ਸਿਰ ਹੱਥ ਧਰਿਓ। ਸਮਰੱਥ ਗੁਰੂ, ਗੁਰੂ ਕਿੰਨਾ ਸਮਰੱਥ ਹੈ। ਗੁਰੂ ਤਾਂ ਕਿਰਪਾ ਕਰਨ ਵਾਲਾ, ਰਹਿਮਤ ਕਰਨ ਵਾਲਾ ਹੈ, ਬਖਸ਼ਿਸ਼ਾਂ ਕਰਨ ਵਾਲਾ। ਗੁਰੂ ਦਰ 'ਤੇ ਸ਼ਰਧਾ ਨਾਲ ਆਵੇ ਤਾਂ ਸਹੀ। ਮੈਂ ਨਿੱਕੀ ਜਿਹੀ ਘਟਨਾ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਸਮੇਂ ਦੀ ਸੁਣਾ ਕੇ ਮੈਂ ਇਹ ਆਪਾਂ ਸ਼ਬਦ ਵਾਲੇ ਪਾਸੇ ਫਿਰ ਆਵਾਂਗੇ। ਹੁਣ ਗੋਇੰਦਵਾਲ ਸਾਹਿਬ ਦੇ ਨੇੜੇ ਪਿੰਡ ਪੈਂਦਾ ਹੈ ਤਲਵੰਡੀਆਂ ਚੌਧਰੀ। ਹੁਣ ਤਲਵੰਡੀਆਂ ਚੌਧਰੀ ਦਾ ਰਹਿਣ ਵਾਲਾ ਪ੍ਰੇਮਾ ਨਾਮ ਦਾ ਸਿੱਖ ਹੈ, ਲੰਗੜਾ ਹੈ, ਲੰਗੜਾ ਕੇ ਚੱਲਦਾ ਹੈ, ਪਰ ਉਹਨੇ ਨੇਮ ਕੀਤਾ ਹੋਇਆ, ਪਰਨ ਕੀਤਾ ਹੋਇਆ ਹੈ, ਰੋਜ਼ਾਨਾ ਦਹੀਂ ਦਾ ਘੜਾ ਸਿਰ 'ਤੇ ਚੁੱਕਦਾ ਹੈ ਅਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਰ 'ਤੇ ਗੋਇੰਦਵਾਲ ਸਾਹਿਬ ਪਹੁੰਚਦਾ ਹੈ। ਹੁਣ ਇਹ ਸੇਵਾ ਉਹਨੇ ਕਈ ਸਾਲ ਕੀਤੀ ਲਗਾਤਾਰ। ਹੁਣ ਇੱਕ ਦਿਨ ਦੀ ਗੱਲ ਹੈ ਕਿ ਪਿੰਡ ਦੇ ਚੌਧਰੀ ਨੇ, ਤਲਵੰਡੀਆਂ ਚੌਧਰੀ ਪਿੰਡ ਹੈ, ਉਹਦਾ ਜੋ ਚੌਧਰੀ ਹੈ ਨਾ, ਉਹਨੇ ਭਾਈ ਪ੍ਰੇਮਾ ਜੀ ਦੀ ਲਾਠੀ ਹੈ, ਵਿਸਾਖੀ ਹੈ, ਉਹ ਖੋਹ ਲਈ ਅਤੇ ਦਿੱਤੀ ਨਹੀਂ ਹੈ। ਹੁਣ ਉਹ ਤੋਂ ਬਿਨਾਂ ਪ੍ਰੇਮਾ ਦੀ ਚੱਲ ਨਹੀਂ ਸਕਦੇ, ਕਿਉਂਕਿ ਲੱਤ ਕਮਜ਼ੋਰ ਹੈ, ਲੱਤ ਖਰਾਬ ਹੈ, ਲੱਤ ਲੰਗੜੀ ਹੈ। ਹੁਣ ਉਹ ਕਹਿਣ ਲੱਗਾ ਚੌਧਰੀ ਕਿ ਪ੍ਰੇਮਿਆ ਕੀ ਗੱਲ ਹੈ, ਕਿੰਨੇ ਸਾਲ ਹੋ ਗਏ ਤੈਨੂੰ ਗੁਰੂ ਕੋਲੇ ਜਾਂਦਿਆਂ ਹੋਇਆਂ, ਤੇਰੇ ਗੁਰੂ ਨੇ ਤੇਰੀ ਲਾਤਾਂ ਠੀਕ ਨਹੀਂ ਕੀਤੀ,
बड़ा जलील किया। हुण वार-वार प्रेमे ने बेनती की कि मेरा गुरु समर्थ है, पर मैं सतगुरां दे भाणे दे विच रहना चाहुंदा है, मैं सतगुरां दे भाणे दे विच रहना चाहुंदा है, उस वाहिगुरू दे भाणे विच रहना चाहुंदा है जो मेरे कर्म है। मैं सतगुरां दे अगे अरदास कदे कीती नहीं है, बेनती कीती नहीं है। जे मैं सतगुरां दे अगे बेनती करां तां ये दुख किहड़ा है, इस दुख नूं तां सतगुरु पातशाह महाराज पल दे विच ही मिटा सकदे है। पर हे चौधरी तू मेरी सोटी दे, मेरी विसाखी दे, मैं जाना है। काफ़ी लम्मा समा कुछ घड़ियां खजाया चौधरी ने। उधर सतगुरु अमरदास पातशाह महाराज गोविंदवाल बैठे, संगतां उड़ीक रहीआं लंगर नूं। सतगुरु पातशाह महाराज कहण लगे अपना प्रेमी अज नहीं आया, वो आएगा तो आप प्रशादा छकांगे। कुछ घड़ियां लेट पे प्रेमा जी सिर ते घड़ा चुक्या होया दही दा आ पहुँचे है। सतगुरु पातशाह महाराज कहण लगे प्रेमिया की गल है, इन्नी देरी क्यों? कहण लगा सतगुरु पातशाह तुसीं अंतरजामी हो। पिंड दे चौधरी ने मेरे नाल मजाक किया, मजाक दे विच जलील भी किया, मेरी ये विसाखी खो ली, सोटी खो ली, मैं नहीं आ सकिया। सतगुरु पातशाह महाराज कहण लगे प्रेमिया सानू पता है कि किवें तैनूं जलील किया उहने, पर अज तो बाद हुण तूं विसाखी उहने खोई है ना, तूं विसाखी दे नाल पिंड नहीं जावेगा। हुण बिना विसाखी तो बिना सोटी तो अपने तू नगर जाया करेगा। उस समय सतगुरु अमरदास पातशाह महाराज जी ने भाई लालो जी जो सतगुरु पातशाह महाराज के कोल रहने वाले बड़े चंगे वैद सी, बड़े वधिया वैद सी। हुण रहमत सतगुरु पातशाह महाराज ने करनी सी ना, ओड़ पोड़ दवाइयां असीं डॉक्टरां तो लैने आ। ते सतगुरु पातशाह महाराज ने बाणी विच सानूं समझाया है कि हे भाई डॉक्टरां दीयां दवाइयां वैदां दीयां ये औखदां उदों काम आउंदियां जदों गुरु कृपा करे, वो वाहिगुरू परमात्मा कृपा करे। डॉक्टरां दा पैनल बन जाता ना बहुत वारी किसी गंभीर बीमारी बारे, तो डॉक्टरां दा पैनल उत्थे सुजैसट करता है कि आ कीता जावे, आ कीता जावे। तो सतगुरु पातशाह महाराज उस पैनल की गल करते हैं कि वैदां संदा संग इकट्ठा होया, औखद आए रास विच आप खलोआ। हे भाई बहुत सारे वैद इकट्ठे हो जान अते वो किसी बीमारी बारे विचार करन, किसी बीमारी नूं दूर करने वास्ते, किसी मरीज़ का इलाज करने वास्ते बहुत सारे वैद इकट्ठे होण, पर वो दवाई तां रास आएगी जे प्रभु परमात्मा कृपा करेगा। हुण सतगुरु अमरदास पातशाह महाराज ने कृपा की, भाई लालो ने वैद अपनी वैदगिरी शुरू की। भाई लालो की वैदगिरी दे नाल अते सतगुरु अमरदास पातशाह महाराज की रहमत दे नाल इस प्रेमे का वो लत्त वाला जो लंगड़ापन सी वो दूर होया। मैं एक होर बेनती कर देवां, सतगुरु अमरदास पातशाह महाराज के समय दो प्रेमे होए है। एक प्रेमा कोड़ी सतगुरु पातशाह महाराज ने उन्होंने मंजी बख्शी सी, पर वो मंजी मत्थो मरारी के नाम से है अते इन्हां नूं मंजी बख्शी सी। इस प्रेमे नूं भी इनू सतगुरु पातशाह महाराज ने यदि सिक्खी शरधा इहदा प्रचार वेख के सतगुरु पातशाह महाराज ने मंजी दात बख्श की सी। सो सतगुरां दर ते किहड़ी दार है, माफ़ करना, किहड़ी चीज़ है, किहड़ी दुनिया की शय है जिहड़ी गुरु दर ते ना मिले। पंचम पातशाह महाराज ने वचन किया है ना, पाशं क्रोध अग्निव है, निरासंग आस पूर्ण है, निरतन भै धनवंत है, रोगियां रोग खंडन है, भगत भगत दानंग, राम नाम गुण कीर्तन है, पारवम पुरख दतार है, नानक गुर सेवा के ना लभ्यते। सतगुरु अर्जन साहब पातशाह महाराज रहमत करते हैं, हे भाई वो किहड़ी दात है, वो किहड़ी चीज़ है जो गुरु दर ते सेवा कीतियां सिमरन कीतियां नहीं मिल सकती। सो सतगुरु पातशाह महाराज कृपा करन, रहमत करन। सतगुरु जी समझा रहे हैं, पूर्ण कबहू ना डोलता, पूरा किया प्रभ आप, दिन दिन चढ़ा सवाया, नानक होत ना घाट। ओ वाहिगुरू प्रभु परमात्मा आप पूर्ण है, पूरा प्रभ आराध्या, पूरा जाका नाओ, नानक पूरा पाया, पूरे के गुण गाओ। जिन्हें पूरे दे प्रभु परमात्मा के गुण गाए है वो पूर्ण हो जाता है, वो अधूरा नहीं है, बल्कि दिनों दिन वो सवाया होंदा जाता है, वाधा जाता है, घटदा नहीं है। घाटा उहदे जीवन में आउंदा ही नहीं है, लाभ मिला तोटा हिरा है, उहदे जीवन में कदे घाटा आउंदा ही नहीं है जो पूरे दे नाल जुड़ जाता है। तो सतगुरु पातशाह महाराज आरंभ करते हैं, मैं अर्ज की सी
कि सतगुरु पातशाह महाराज ने अनेकां तस्बीहां दित्तियां। ये जो थिती है ये तरीकों के नाँ तो सतगुरु पातशाह महाराज समझा रहे हैं। 15-15 तरीकां 2 बार आउंदियां ਅਤੇ सतगुरु पातशाह महाराज पूर्णमाशी की उदाहरण दे के 15ਵੀਂ तरीक की उदाहरण दे के 15ਵੀਂ तिथि की उदाहरण दे के पूर्णिमा कि जदों चंद्रमा पूर्ण तौर पर पूर्ण होंदा है, महीने दे विच एक वारी चंद्रमा बिल्कुल पूर्ण होंदा है ਅਤੇ महीने दे विच एक वारी चंद्रमा बिल्कुल दिखाई नहीं दिंदा, बिल्कुल हुंदा ही नहीं है। वो मस्या वाला दिन है। जिदे चंद्रमा दिखाई ना देवे वो मस्या, तो जिदे बिल्कुल पूरा चंद्रमा गोल है उहदे पूर्णमाशी, ਅਤੇ महीना भी उदे पूरा हो जाता है। सो खैर सतगुरु पातशाह महाराज इत्थे पूर्णिमा की उदाहरण देंदे आ, तशबीह देंदे आ। सतगुरु पातशाह महाराज बचन कर रहे हैं, पूर्णिमा पूर्ण प्रभ एक, ਕਰਨ ਕਾਰਨ ਸਮਰੱਥ। हे भाई ओ वाहिगुरू प्रभु परमात्मा पूर्ण है, ਜ਼ਰੇ ਜ਼ਰੇ ਵਿੱਚ ਕਣ ਕਣ ਵਿੱਚ ਵਿਆਪਕ ਹੈ। हर कारज ਕਰਨ ਦੇ ਉਹ ਪ੍ਰਭੂ ਪਰਮਾਤਮਾ ਜੋਗ ਹੈ, ਸਮਰੱਥ ਹੈ। ਅਤੇ ਉਹ ਪ੍ਰਭੂ ਪਰਮਾਤਮਾ ਜਿੱਥੇ ਹਰ ਕਾਰਜ ਕਰਨ ਦੇ ਸਮਰੱਥ ਹੈ, ਹਰ ਕਾਰਜ ਕਰਦਾ ਹੈ, ਉੱਥੇ ਉਹ ਪ੍ਰਭੂ ਪਰਮਾਤਮਾ ਦਇਆਵਾਨ ਹੈ, ਉਹ ਪ੍ਰਭੂ ਪਰਮਾਤਮਾ ਮਿਹਰਬਾਨ ਹੈ। जी जंत प्रतिपाल का भाई बचन आउंदा है ना, इत्थे सतगुरु रहमत करते हैं, जी जंत दयाल पुरख सब ऊपर जा का हथ। वो प्रभु परमात्मा अपने पैदा किए हुए जीवां दे सिर ते वो परमात्मा आप हथ रखता है। वो परमात्मा ने कुदरत पैदा की है अते वो परमात्मा कादर है। वो कादर अपनी कुदरत के सिर ते हथ रखता है। बलिहारी कुदरत वसिया तेरा अंत ना जाई लखिया। तो इत्थे सतगुरु रहमत करते हैं, सब ऊपर जा का हथ हर मनुख के सिर ते, हर जीव के सिर ते उस वाहिगुरु प्रभु परमात्मा का रहमत भरिया हथ है। गुण निधान गोबिंद गुर किया जा का होए। इत्थे गुर दा भाव है वड्डा भाव। वो वाहिगुरु वो प्रभु परमात्मा जो बेअंत गुणा का खजाना है, जिहदे गुणा का अंत नहीं पाया जा सकता, जो गोबिंद है, प्रभु है, परमात्मा है अते सब तो वड्डा है। किया जा का होए, सब कुछ करन दे ओही समर्थ है। हुण मनुख असीं की हाँ, काठ की पुतरी कहाँ करे बपरी, खिलावन हारो जाना है। असीं तां मेरी मेरी करी जाने ना कि मैं वो कर देंगा, मैं वो कर देंगा, मैं वो कर देंगा। ਅਤੇ बहुत वारी सानू अपने परिवार का फिक्र भी हो जाता है। बहुत वारी सानू अपने परिवार का फिक्र हो जाता है कि जे मैं ना होवां तो मेरे परिवार का की बने। कलगीधर पातशाह महाराज ने एक बारी एक सिख ने सतगुरु पातशाह महाराज के कोल 5-4 दिन सेवा की। कहना सतगुरु पातशाह मैं जाना है। सतगुरु पातशाह महाराज जी ने सिखा नूं कह के 6 महीने रोक लिया, जान ना दिता। तो सतगुरु पातशाह महाराज ने दूजे पासे सेवकां नूं भेजता, ਉਹਦਾ सोहना घर बना दिता। हुण 6 महीने बाद सतगुरु पातशाह महाराज कहने लगे जा भाई हुण जा। कहने लगा सतगुरु पातशाह हुण जान का की फायदा, हुण बच्चे मर मुर गए होने हैं, हुण बच्चे मर मुर गए होने हैं, कित्थे की पता कित्थे रुलदे खुलदे होने हैं, तुसीं 6 महीने मैनूं जान नहीं दिता। हुण जदों गया है तां उहदे नालों चंगा उहदा घर बनया होया सी, बच्चे चंगी रोटी खांदे सी। उन्हें सतगुरां दा शुकराना किया, हे सतगुरु पातशाह मैं भुलिया होया सी, मैं सोचदा सी घर नूं मैं चलाउण वाला है। सो खैर सतगुरु पातशाह महाराज इत्थे बचन कर रहे हैं कि हे भाई वो प्रभु परमात्मा ही सब कुछ करने वाला है अते असीं जीव उन्नी देर तक वहमां भरमां दे विच पखंडां दे विच मैं मेरी दे विच असीं एवें भटकी जा रहे हैं। जब लग मेरी मेरी करै, सतगुरु पातशाह महाराज इस करके सानूं समझाउंदे है, जब लग मेरी मेरी करै तबला काज एक नहीं सरै, जब मेरी मेरी मिट जाए तां प्रभ काज सवारै आए। सो अगे सतगुरु जी रहमत कर रहे हैं, अंतरजामी प्रभु सजान। ओ वाहिगुरू प्रभु परमात्मा के गुणां का फिर इत्थे सतगुरु पातशाह महाराज वर्णन करते हैं। वो वाहिगुरू दिलां दी जानन वाला है, वो प्रभु परमात्मा सियाणा है। उस प्रभु परमात्मा का अंत नहीं पाया जा सकता, अलख उसनूं लखिया नहीं जा सकता, निरंजन। वो प्रभु परमात्मा कालख रहत है, अंजन का अर्थ है कालख। वो प्रभु परमात्मा निरंजन, वो कालख रहत है। उस प्रभु परमात्मा ते कोई दाग नहीं लग सकता। पार ब्रह्म परमेश्वरो साबिद जाननहार। वो वाहिगुरू प्रभु परमात्मा पार ब्रह्म परमेश्वर है ना,
ਉਹ ਸਭ ਕੁਝ ਜਾਣਦਾ ਹੈ। ਅਤੇ ਸਾਡੇ ਮਨ ਦੇ ਵਿੱਚ ਬਹੁਤ ਵਾਰੀ ਭੁਲੇਖਾ ਲੱਗ ਜਾਂਦਾ ਹੈ ਕਿ ਸਾਨੂੰ ਕੋਈ ਨਹੀਂ ਦੇਖ ਰਿਹਾ, ਅੱਗੋਂ ਦੇਖਿਆ ਪਿੱਛੋਂ ਦੇਖਿਆ। ਹੁਣ ਅਸੀਂ ਅੱਗਾ ਪਿੱਛਾ ਦੇਖ ਕੇ ਬਹੁਤ ਵਾਰੀ ਚੋਰੀ ਕਰ ਲੈਂਦੇ ਹਾਂ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਮਝਾ ਰਹੇ ਹੈ, ਉਹ ਪ੍ਰਭੂ ਪਰਮਾਤਮਾ ਦੀ ਨਿਗਾਹ ਹਰ ਜਗ੍ਹਾ ਹੈ। ਉਸ ਪਰਮਾਤਮਾ ਦੀ ਨਿਗਾਹ ਤੋਂ ਨਹੀਂ ਤੁਸੀਂ ਦੁਨੀਆ ਤੋਂ ਬਚ ਸਕਦੇ ਹੋ, ਦੁਨੀਆ ਦੀ ਨਿਗਾਹ ਤੋਂ ਬਚ ਸਕਦੇ ਹੋ, ਪਰ ਪਰਮਾਤਮਾ ਦੀ ਨਿਗਾਹ ਤੋਂ ਨਹੀਂ। ਅੱਗੇ ਸਤਿਗੁਰੂ ਜੀ ਰਹਿਮਤ ਕਰਦੇ ਹੈ, ਸੰਤ ਸਹਾਈ ਸ਼ਰਨ ਜੋਗ ਆਠ ਪਹਿਰ ਨਮਸਕਾਰ। ਉਹ ਵਾਹਿਗੁਰੂ ਪ੍ਰਭੂ ਪਰਮਾਤਮਾ ਜੋ ਆਪਣੇ ਸੰਤਾਂ 'ਤੇ, ਆਪਣੇ ਭਗਤਾਂ 'ਤੇ, ਆਪਣੇ ਸੇਵਕਾਂ 'ਤੇ ਕਿਰਪਾ ਕਰਨ ਵਾਲਾ, ਉਹਦੀ ਸ਼ਰਨ ਵਿੱਚ ਆਉਣਾ ਚਾਹੀਦਾ ਹੈ। ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਨੂੰ ਸਾਡਾ ਕੋਟਾਨ ਕੋਟ ਨਮਸਕਾਰ ਹੈ। ਅਕਥ ਕਥਾ ਨੈ ਬੂਝੀਐ, ਉਹ ਪ੍ਰਭੂ ਪਰਮਾਤਮਾ ਅਕਥ ਹੈ, ਉਹਦੀ ਕਥਾ ਉਹਦੀ ਕਹਾਣੀ ਜਾਣੀ ਨਹੀਂ ਜਾ ਸਕਦੀ, ਬੇਅੰਤ ਹੈ। ਅਤੇ ਇਸ ਕਰਕੇ ਜੋ ਬੇਅੰਤ ਪ੍ਰਭੂ ਪਰਮਾਤਮਾ ਹੈ, ਸਿਮਰੋ ਹਰ ਕੇ ਚਰਨ, ਉਸ ਬੇਅੰਤ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਨਾਲ ਸਾਨੂੰ ਜੁੜਨਾ ਚਾਹੀਦਾ ਹੈ, ਕਿਉਂਕਿ ਉਹ ਪ੍ਰਭੂ ਪਰਮਾਤਮਾ ਡਿੱਗਿਆ ਹੋਇਆਂ ਨੂੰ ਉਠਾਲਣ ਵਾਲਾ ਹੈ। ਪਤਤ ਉਦਾਹਰਨ ਅਨਾਥ ਨਾਥ ਨਾਨਕ ਪ੍ਰਭ ਕੀ ਸ਼ਰਨ, ਉਹ ਡਿੱਗਿਆਂ ਨੂੰ ਉਠਾਲਣ ਵਾਲਾ। ਅਜਾਮਲ ਪਾਪੀ ਜਗ ਜਾਣੈ ਨਿਮਖ ਮਾਹਿ ਨਿਸਤਾਰਾ, ਉਹ ਪ੍ਰਭੂ ਪਰਮਾਤਮਾ ਕਿਰਪਾ ਕਰਨ ਵਾਲਾ, ਨਾਥਾਂ ਦਾ ਅਨਾਥਾਂ ਦਾ ਉਹ ਪਰਮਾਤਮਾ ਨਾਥ ਹੈ। ਉਹ ਪ੍ਰਭੂ ਪਰਮਾਤਮਾ ਸੇਵਕਾਂ ਦਾ ਮਾਲਕ ਹੈ। ਉਹ ਪ੍ਰਭੂ ਪਰਮਾਤਮਾ ਬੇਅੰਤ ਗੁਣਾਂ ਦਾ ਮਾਲਕ ਹੈ। ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੀ ਸਾਨੂੰ ਸ਼ਰਨ ਆਉਣਾ ਚਾਹੀਦਾ ਹੈ। ਸਾਨੂੰ ਮੈਂ ਮੇਰੀ ਤਿਆਗ ਕੇ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਪਵਿੱਤਰ ਬਚਨਾਂ ਨੂੰ, ਪਵਿੱਤਰ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਨਾ ਚਾਹੀਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਹੋਈਆਂ ਬੇਅੰਤ ਭੁੱਲਾਂ ਸਤਿਗੁਰ ਦਾਤਾ ਸੰਗਤਾਂ ਬਖਸ਼ਣ ਜੋਗ ਬਖਸ਼ ਲੈਣਾ ਜੀ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।